ਦੋਸਤੋ ਕਰੋਨਾ ਵਾਇਰਸ ਦੀ ਵੈਕਸੀਨ ਸਾਡੇ ਲਈ ਵਰਦਾਨ ਹੈ ਜਾਂ ਜ਼ਹਿਰ ਹੈ, ਇਸ ਚੀਜ਼ ਲਈ ਵੇਕਅਪ ਕਾਲ ਦੀ ਪੂਰੀ ਟੀਮ ਤੁਹਾਡੇ ਤੱਕ ਇਹਦੀਆਂ ਲੇਟੈਸਟ ਹਮੇਸ਼ਾ ਜਾਣਕਾਰੀਆਂ ਪਹੁੰਚਾਉਣ ਦੇ ਵਿੱਚ ਕੰਮ ਕਰ ਰਹੀ ਹੈ। ਔਰ ਅੱਜ ਅਸੀਂ ਇਸੇ ਸਿਲਸਿਲੇ ਦੇ ਵਿੱਚ ਹੀ ਅੰਮ੍ਰਿਤਸਰ ਦੇ ਕਾਫੀ ਮਸ਼ਹੂਰ ਡਾਕਟਰ ਰੁਕੇਸ਼ ਸ਼ਰਮਾ ਜੀ ਦੇ ਘਰ ਉਹਨਾਂ ਨਾਲ ਮੁਲਾਕਾਤ ਕਰ ਰਹੇ ਹਾਂ। ਔਰ ਇਹਦੇ ਬਾਰੇ ਕਲੀਅਰ ਕਰਾਂਗੇ ਕਿਉਂਕਿ ਉਹਨਾਂ ਨੇ ਵੀ ਵੈਕਸੀਨ ਜਿਹੜੀ ਸੀ ਉਹ ਖੁਦ ਲਗਵਾਈ ਹੈ। ਅਤੇ ਇੱਕ ਬੜੀ ਵੱਡੀ ਗੱਲ ਸੀ ਕਿ ਅਗਰ ਇਹ ਵੈਕਸੀਨ ਜਿਹੜੀ ਹੈ ਤੁਹਾਡੇ ਲਈ ਜ਼ਹਿਰ ਹੈ, ਜਿੱਦਾਂ ਦੀਆਂ ਅਫਵਾਹਾਂ ਦਾ ਦੌਰ ਚੱਲ ਰਿਹਾ ਸੀ ਕਿ 20 ਦਿਨ ਦੇ ਬਾਅਦ ਬੰਦੇ ਦੀ ਮੌਤ ਹੋ ਜਾਂਦੀ ਹੈ ਜਾਂ ਇਹਦੇ ਨਾਲ ਕੋਈ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਸਰੀਰ 'ਚ ਆਉਂਦੀਆਂ ਨੇ, ਅਤੇ ਇਹ ਜਾਣਨਾ ਸਾਡੇ ਸਾਰਿਆਂ ਲਈ ਬੜਾ ਜ਼ਰੂਰੀ ਹੈ ਕਿ ਅਗਰ ਇੱਕ ਡਾਕਟਰ ਹੋਣ ਦੇ ਨਾਤੇ ਕੋਈ ਵੈਕਸੀਨ ਲਗਵਾ ਰਹੇ ਨੇ ਅਤੇ ਉਹਨਾਂ ਨੂੰ ਇਸ ਬਾਰੇ ਪੂਰਾ ਪਤਾ ਹੋਏਗਾ ਅਤੇ ਸਾਨੂੰ ਵੀ ਜਾਣਨਾ ਜ਼ਰੂਰੀ ਹੈ। ਸੋ ਗੱਲ ਕਰਦੇ ਹਾਂ ਜੀ ਡਾਕਟਰ ਰਕੇਸ਼ ਸ਼ਰਮਾ ਜੀ ਨਾਲ। ਰਕੇਸ਼ ਸ਼ਰਮਾ ਜੀ, ਸਵਾਗਤ ਹੈ ਤੁਹਾਡਾ ਵੇਕਅਪ ਕਾਲਸ 'ਤੇ। ਥੈਂਕ ਯੂ ਸੋ ਮਚ ਜੀ। ਤੁਸੀਂ ਇੱਕ ਬੜਾ ਅੱਛਾ ਮੁੱਦਾ ਚੱਕਿਆ ਹੈ ਜਿਹਦੇ ਵਿੱਚ ਇੱਕ ਆਮ ਪਬਲਿਕ ਨੂੰ ਇਹਦੇ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ, ਔਰ ਮੇਰਾ ਖਿਆਲ ਹੈ ਕਿ ਕੋਸ਼ਿਸ਼ ਕਰਾਂਗੇ ਕਿ ਅਗਲੇ 5-10 ਮਿੰਟਾਂ ਵਿੱਚ ਅਸੀਂ ਆਮ ਜਨਤਾ ਵਾਸਤੇ ਜੋ ਕੁਝ ਵੀ ਬਿਹਤਰ ਦੱਸ ਸਕੀਏ ਔਰ ਇਸ ਬਾਰੇ ਉਹਨਾਂ ਦਾ ਗਿਆਨ ਵਧਾ ਸਕੀਏ, ਉਹਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਾਂਗਾ ਕਿ ਤੁਸੀਂ ਵੈਕਸੀਨ ਕਦੋਂ ਲਗਵਾਈ, ਕਿੰਨੀ ਦੇਰ ਹੋ ਚੁੱਕੀ ਹੈ ਤੁਹਾਨੂੰ ਖੁਦ ਵੈਕਸੀਨ ਲਗਵਾਏ? ਦੇਖੋ ਜੀ, ਇਹ 16th ਆਫ ਜਨਵਰੀ ਨੂੰ ਪ੍ਰੋਗਰਾਮ ਸ਼ੁਰੂ ਹੋਇਆ ਸੀ ਨੈਸ਼ਨਲੀ, ਔਰ ਐਜ਼ ਪਰ ਸ਼ਡਿਊਲ ਪਹਿਲੇ ਜਿਹੜੇ ਫਰੰਟ ਲਾਈਨ ਵਾਰੀਅਰਸ ਸੀ, ਜਿਸ ਤਰ੍ਹਾਂ ਡਾਕਟਰਸ ਨੇ ਜਾਂ ਪੈਰਾਮੈਡੀਕਲ ਵਰਕਰਸ ਨੇ ਜਾਂ ਉਹਨਾਂ ਦੇ ਨਾਲ ਕਲਾਸ ਫੋਰਸ ਜਾਂ ਬੇਰਰਸ ਨੇ, ਉਹਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਔਰ ਉਹ 16th ਨੂੰ ਹੀ ਜਿਹੜਾ ਪਹਿਲਾ ਬੈਚ ਸਾਡਾ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਬਣਿਆ ਸੀਗਾ, ਉਸ ਬੈਚ ਵਿੱਚ ਆਈ ਵਾਜ਼ ਵਨ ਆਫ ਦੈਮ। ਸੋ ਸਾਡੇ ਪ੍ਰਿੰਸੀਪਲ ਔਰ ਮੈਡੀਕਲ ਸੁਪਰਡੈਂਟੈਂਟ ਜਾਂ ਜਿਹੜੇ ਸੀਨੀਅਰ ਪ੍ਰੋਫੈਸਰਸ ਨੇ ਸਾਡੇ, ਅਸੀਂ ਸਾਰੇ ਉਸ ਫਸਟ ਬੈਚ ਵਿੱਚ ਸੀਗੇ। ਦੇ ਵਾਜ਼ ਸਕੈਪਟਿਸਿਜ਼ਮ, ਲੋਕ ਡਰਦੇ ਸੀ। ਈਵਨ ਸਰਪ੍ਰਾਈਜ਼ਿੰਗਲੀ ਡਾਕਟਰਸ ਦੇ ਵਿੱਚ ਵੀ ਥੋੜ੍ਹਾ ਫੋਬੀਆ ਸੀ, ਔਰ ਪੈਰਾਮੈਡੀਕਲ ਸਟਾਫ ਨੀਡਲੈਸ ਟੂ ਸੇ ਕਿ ਉਹਨਾਂ ਵਿੱਚ ਵੀ ਹੋਏਗਾ। ਬਟ ਅਸੀਂ ਉਹ ਚਾਂਸ ਲਿਆ, ਚਾਂਸ ਕਹਾਂਗਾ ਇਹਨੂੰ, ਹਾਲਾਂਕਿ ਉਹ ਚਾਂਸ ਨਹੀਂ ਕਹਿਣਾ ਚਾਹੀਦਾ, ਬਟ ਅਸੀਂ ਉਹ ਚਾਂਸ ਲਿਆ। ਔਰ ਮੈਂ ਇਹ ਚੀਜ਼ ਪੁੱਛਣਾ ਚਾਹਾਂਗਾ, ਤੁਸੀਂ ਕਿਹਾ ਜਿੱਦਾਂ ਕਿ ਡਾਕਟਰ ਦੇ ਵਿੱਚ ਵੀ ਫੋਬੀਆ ਸੀ, ਬਟ ਉਹ ਕਿਸ ਚੀਜ਼ ਨੂੰ ਲੈ ਕੇ ਸੀ ਉਦੋਂ, ਕਿਹੋ ਜਿਹੀਆਂ ਇਸ ਤਰੀਕੇ ਦੀਆਂ ਗੱਲਾਂ ਸੀ ਉਹਨਾਂ ਦੇ ਮਨ 'ਚ ਜਾਂ ਤੁਹਾਡੇ ਸਾਰਿਆਂ ਦੇ, ਕੀ ਕਾਰਨ ਸੀ ਇੱਦਾਂ ਦਾ? ਦੇਖੋ, ਕਰੋਨਾ ਇੱਕ ਐਸੀ ਬਿਮਾਰੀ ਹੈ ਜਿਹੜੀ ਸਾਡੀ ਜ਼ਿੰਦਗੀ ਨੂੰ ਉਹਨੇ ਇੱਕ ਬਹੁਤ ਨਵਾਂ ਰੂਪ ਦਿੱਤਾ। ਅੱਜ ਤੱਕ ਕਰੋਨਾ ਵਰਗੀ ਬਿਮਾਰੀ ਨਾ ਤਾਂ ਅਸੀਂ ਜ਼ਿੰਦਗੀ 'ਚ ਦੇਖੀ, ਔਰ ਮੈਨੂੰ ਨਹੀਂ ਲੱਗਦਾ ਕਿ ਆਉਣ ਦੇ ਟਾਈਮ ਵਿੱਚ ਅਸੀਂ ਕਦੀ ਦੇਖਾਂਗੇ। ਦੁਨੀਆ ਦੇ ਵਿੱਚ ਸਾਰਿਆਂ ਨੇ ਇਹ ਚੀਜ਼ ਦੇਖੀ ਕਿ ਉਹਨਾਂ ਨੂੰ ਇੱਕ ਨਵਾਂ ਲਾਈਫ ਸਟਾਈਲ ਬਣਾਉਣਾ ਪਿਆ। ਬੜੇ ਲੋਕਾਂ ਦਾ ਬਿਜ਼ਨਸ ਡਿਸਟਰਬ ਹੋਏ, ਔਰ ਬੜੇ ਲੋਕ ਐਸੇ ਵੀ ਨੇ ਜਿਹੜੇ ਬਰਬਾਦੀ ਵੱਲ ਵੀ ਗਏ। ਬਿਮਾਰੀ ਨਾਲ ਕੁਛ ਲੋਕਾਂ ਨੇ ਆਪਣੀਆਂ ਜਾਨ ਗਵਾਈ, ਜਾਂ ਕੁਛ ਲੋਕਾਂ ਦੇ ਪਰਿਵਾਰ ਬਰਬਾਦ ਹੋ ਗਏ, ਕਿਸੇ ਦੇ ਬਿਜ਼ਨਸ ਟੁੱਟ ਗਏ। ਇਸ ਕਰਕੇ ਫੀਅਰ ਫੋਬੀਆ ਜ਼ਿਆਦਾ ਸੀ, ਕਿਉਂਕਿ ਬਿਮਾਰੀ ਨਵੀਂ ਸੀ। ਹਾਲਾਂਕਿ ਵਾਇਰਸ ਨਵੀਂ ਨਹੀਂ ਸੀ, ਬਿਮਾਰੀ ਨਵੀਂ ਸੀ, ਕਿਉਂਕਿ ਉਹਦੀ ਇਨਫੈਕਟੀਵਿਟੀ ਬਹੁਤ ਜ਼ਿਆਦਾ ਸੀ। ਫੋਬੀਆ ਇਸ ਕਰਕੇ ਹੋ ਜਾਂਦਾ ਹੈ ਕਿ ਜਦੋਂ ਵਾਇਰਲ ਬਿਮਾਰੀ ਇੱਕ ਐਸੀ ਬਿਮਾਰੀ ਹੈ, ਮੇਰੇ ਖਿਆਲ ਮੈਂ ਆਪਣੇ ਦੋਸਤਾਂ ਨੂੰ ਇਹ ਦੱਸਣਾ ਚਾਹਾਂਗਾ ਤੁਹਾਡੇ ਚੈਨਲ ਦੇ ਜ਼ਰੀਏ, ਵਾਇਰਲ ਇੱਕ ਐਸੀ ਬਿਮਾਰੀ ਹੈ ਜਿਹਦਾ ਟਰੀਟਮੈਂਟ ਬਹੁਤ ਹੈ ਹੀ ਨਹੀਂ ਹੈ। ਮੈਂ ਬਲੇਟੈਂਟਲੀ ਕਹਿ ਸਕਦਾ ਕਿ ਵਾਇਰਲ ਬਿਮਾਰੀਆਂ ਦਾ ਟਰੀਟਮੈਂਟ ਨਹੀਂ ਹੁੰਦਾ। ਤੁਹਾਡੀ ਆਪਣੀ ਬਾਡੀ ਦੀ ਇਮਿਊਨਿਟੀ ਕੰਮ ਕਰਦੀ ਹੈ ਉਹਨੂੰ ਸੇਵ ਕਰਨ ਵਾਸਤੇ, ਐਂਡ ਅਸੀਂ ਇਹ ਇੱਕ ਪਿਛਲੇ ਸਾਲ ਦੇ ਵਿੱਚ ਦੇਖਿਆ ਵੀ ਹੈ ਸਾਰਾ ਕੁਛ। ਲੇਕਿਨ ਕਿਉਂਕਿ ਇੱਕ ਇਮਿਊਨਿਟੀ ਡਿਵੈਲਪ ਹੋਣ 'ਚ ਟਾਈਮ ਲੱਗਦਾ ਹੈ, ਔਰ ਇੱਕ ਸੈਕਿੰਡ ਟਰਮ ਆਉਂਦੀ ਹੈ ਹਰਡ ਇਮਿਊਨਿਟੀ, ਉਹਨੂੰ ਵੀ ਟਾਈਮ ਲੱਗਦਾ ਹੈ। ਇਹਨਾਂ ਦੋਨਾਂ ਨੂੰ ਸ਼ਾਰਟ ਕਰਨ ਵਾਸਤੇ ਟਾਈਮ ਨੂੰ ਅਸੀਂ ਵੈਕਸੀਨਸ ਜਨਰੇਟ ਕਰਦੇ ਹਾਂ। ਉਹਦੇ ਉੱਪਰ ਪ੍ਰੋਪਰ ਰਿਸਰਚ ਜਾਂਦੀ ਹੈ। ਫਿਰ ਰਿਸਰਚ ਜਿਹੜੀ ਹੈ ਉਹ ਪ੍ਰੋਪਰਲੀ ਰਿਸਰਚ ਹੋ ਕੇ ਜਦੋਂ ਵੈਕਸੀਨਸ ਫਸਟ ਥਰਡ ਟਰਾਇਲ 'ਚ ਜਾਂਦੀ ਹੈ, ਉਸ ਤੋਂ ਬਾਅਦ ਜੋ ਲੋਕਾਂ ਨੂੰ, ਆਮ ਜਨਤਾ ਨੂੰ ਲੱਗਦੀ ਹੈ, ਹਜੇ ਡਾਕਟਰ ਲਗਵਾ ਰਹੇ ਹੈ, ਹਜੇ ਤੁਹਾਨੂੰ ਹੋਰ ਪ੍ਰੋਬਲਮਸ ਨਜ਼ਰ ਆਉਣਗੀਆਂ ਜਦੋਂ ਇਹ ਵੈਕਸੀਨ ਆਮ ਜਨਤਾ ਨੂੰ ਲੱਗੇਗੀ। ਉਹ ਇੱਕ ਪਾਰਟ ਆਫ ਦਾ ਟਰਾਇਲ ਹੀ ਹੁੰਦਾ ਹੈ। ਕੁਝ ਸਮਾਂ ਲੰਘੇਗਾ, ਮੀਨਸ 1 ਸਾਲ ਲੰਘਿਆ, ਹੁਣ ਵੈਕਸੀਨ ਦੇ ਹੁਣ ਸ਼ੁਰੂ ਹੋਈ ਹੈ, ਕੁਝ ਸਮਾਂ ਲੰਘੇਗਾ, 1 ਸਾਲ 2 ਸਾਲ 3 ਸਾਲ 4 ਸਾਲ 5 ਸਾਲ, ਜਦੋਂ ਸਾਨੂੰ ਇਹ ਪਤਾ ਲੱਗੇਗਾ ਕਿ ਇਹ ਵੈਕਸੀਨ ਵਾਕਈ ਹੀ ਐਜ਼ ਏ ਸ਼ਡਿਊਲ, ਜਿੱਦਾਂ ਅਸੀਂ ਬੱਚਿਆਂ ਨੂੰ ਇਮਿਊਨਾਈਜ਼ ਕਰਦੇ ਹਾਂ ਜਾਂ ਐਡਲਟਸ ਨੂੰ ਇਮਿਊਨਾਈਜ਼ ਕਰਦੇ ਹਾਂ ਫॉर ਅਦਰ ਡਿਜ਼ੀਜ਼ਸ, ਟਰਾਂਸਮਿਸਿਬਲ ਡਿਜ਼ੀਜ਼ਸ, ਉਹ ਕਿਆ ਇਹ ਵੈਕਸੀਨ ਉਨੀ ਕਾਰਗਰ ਸਾਬਿਤ ਹੋਏਗੀ ਕਿ ਨਹੀਂ। ਫॉर ਦ ਟਾਈਮ ਬੀਇੰਗ, ਕਿਉਂਕਿ ਬਿਮਾਰੀ ਦਾ ਦਹਿਸ਼ਤ ਬਹੁਤ ਜ਼ਿਆਦਾ ਸੀ ਉਸ ਵੇਲੇ, ਤੇ ਹਰ ਤਰ੍ਹਾਂ ਦੀ ਮੈਡੀਸਿਨ ਦੇ ਉੱਪਰ ਟਰਾਇਲ ਦਿੱਤਾ ਜਾ ਰਿਹਾ ਸੀਗਾ। ਕੋਈ ਵੀ ਮੈਡੀਸਿਨ ਜਿਹੜੀ ਇੱਕ ਵਾਰੀ ਕਹੀ ਜਾਂਦੀ ਸੀ ਕਿ ਇਹ ਲਾਈਫ ਸੇਵਿੰਗ ਹੈ, ਮਹੀਨੇ ਬਾਅਦ ਉਹਦਾ ਆ ਜਾਂਦਾ ਸੀ ਕੁਛ ਵੀ ਸਟੱਡੀ ਕੀਜੇ ਤੇ ਬਿਲਕੁਲ ਯੂਜ਼ਲੈਸ ਹੈ। WHO ਦੀਆਂ ਰਿਕਮੈਂਡੇਸ਼ਨਸ ਵਿਦ ਆਰ ਚੇਂਜ ਹੁੰਦੀਆਂ ਸੀਗੀਆਂ। ਸੋ ਉਹ ਇੰਨਾ ਕੁ ਸਾਰਾ ਪੈਰਾਫਰਨੇਲੀਆ ਇੰਨਾ ਜਨਰੇਟ ਹੋ ਚੁੱਕਾ ਸੀ ਇਸ ਚੀਜ਼ ਦੇ ਵਾਸਤੇ ਕਿ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਆਉਣੀ ਇੱਕ ਨੈਚੁਰਲ ਗੱਲ ਸੀ।
ਸੇਮ ਵਾਜ਼ ਵਿਦ ਦ ਡਾਕਟਰਸ। ਵੀ ਈਵਨ ਡੋਂਟ ਨੋ ਕਿ ਸਾਡੇ ਕੋਲ ਜਿਹੜੀ ਵੈਕਸੀਨ ਜਾਂ ਇਹ ਬਿਮਾਰੀ ਹੈ, ਇਹਨੇ ਅੱਗੇ ਕੀ ਰੂਪ ਲੈਣਾ ਹੈ। ਕਿਆ ਇਹ ਲੋਕਾਂ ਨੂੰ ਇੱਦਾਂ ਹੀ ਮਾਰਦੀ ਰਹੇਗੀ? ਕਿਆ ਇਹ ਵੈਕਸੀਨ ਕਾਰਗਰ ਸਾਬਿਤ ਹੋਏਗੀ ਕਿ ਨਹੀਂ ਹੋਏਗੀ? ਇਹ ਇੱਕ ਪਾਰਟ ਆਫ ਦਾ ਪ੍ਰੋਸੈਸ ਹੈ। ਜਿੱਦਾਂ ਬਾਕੀ ਮੈਡੀਸਿਨਸ, ਬਿਮਾਰੀਆਂ, ਉਹਦਾ ਟ੍ਰੀਟਮੈਂਟ ਡਿਵੈਲਪ ਹੁੰਦਾ ਹੈ, ਉਸੇ ਤਰ੍ਹਾਂ ਕਰੋਨਾ ਨੇ ਵੀ ਉਸ ਸਾਈਕਲ 'ਚ ਜਾਣਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਹ ਵੈਕਸੀਨ ਬਣੀ ਹੈ, ਇਹ ਇਮਿਊਨਿਟੀ ਨੂੰ ਬੂਸਟ ਕਰਨ ਵਾਸਤੇ ਹੈ ਜਾਂ ਉਸ ਵਾਇਰਸ ਨੂੰ ਮਾਰਨ ਵਾਸਤੇ ਇੱਕ ਦਵਾਈ ਹੈ? ਮਤਲਬ ਕਿ ਇਹਨੂੰ ਕਿਸ ਤਰੀਕੇ ਨਾਲ ਲੈਣਾ ਚਾਹੀਦਾ, ਜਿਸ ਤਰ੍ਹਾਂ ਬਾਕੀ ਵੈਕਸੀਨ ਤੇ ਇਸ ਵੈਕਸੀਨ 'ਚ ਕੀ ਫਰਕ ਲੱਗਦਾ ਤੁਹਾਨੂੰ? ਵੈਕਸੀਨੇਸ਼ਨ ਜਿਹੜੀ ਹੈ ਹਮੇਸ਼ਾ ਇਮਿਊਨਿਟੀ ਨੂੰ ਬੂਸਟ ਕਰਨ ਵਾਸਤੇ ਹੁੰਦੀ ਹੈ। ਇਹ ਅੰਡਰਲਾਈਨਿੰਗ ਫੈਕਟ ਹੈਗਾ। ਕੋਈ ਵੀ ਵੈਕਸੀਨ ਅਸੀਂ ਬਾਡੀ 'ਚ ਜਦੋਂ ਵੀ ਲਗਾਉਂਦੇ ਹਾਂ, ਉਹ ਇੱਕ ਅਸੀਂ ਵਾਇਰਸ ਦਾ ਪ੍ਰੋਟੋਟਾਈਪ, ਉਹਦਾ ਰੈਪਲੀਕਾ ਜਾਂ ਉਹਦਾ ਕੋਈ ਅਸੀਂ ਰੀਕੌਂਬੀਨੈਂਟ ਟੈਕਨੋਲੋਜੀ ਨਾਲ ਉਹਦਾ ਇੱਕ ਮਿਰਰ ਇਮੇਜ ਬਣਾ ਕੇ ਬਾਡੀ ਵਿੱਚ ਇੰਟਰੋਡਿਊਸ ਕਰ ਦਿੰਦੇ ਹਾਂ। ਬਾਡੀ ਉਹਨੂੰ ਐਜ਼ ਐਨ ਐਂਟੀਜਨ, ਇੱਕ ਵਰਡ ਹੈਗਾ ਅੰਗਰੇਜ਼ੀ ਦਾ, ਆਈ ਥਿੰਕ ਲੋਕ ਨਹੀਂ ਸਮਝ ਪਾਉਣਗੇ, ਲੇਕਿਨ ਇੱਕ ਬਾਡੀ ਨੂੰ ਜਦੋਂ ਵੀ ਕੋਈ ਬਾਹਰ ਤੋਂ ਕੋਈ ਚੀਜ਼ ਸਾਡੀ ਬਾਡੀ 'ਚ ਐਂਟਰ ਕਰਦੀ ਹੈ ਤਾਂ ਸਾਡੀ ਬਾਡੀ ਦਾ ਰਿਐਕਸ਼ਨ ਹੁੰਦਾ ਉਹਦੇ ਵਾਸਤੇ। ਉਹ ਰਿਐਕਸ਼ਨ ਦੋ ਤਰ੍ਹਾਂ ਹੁੰਦਾ, ਜਾਂ ਤਾਂ ਉਹ ਬਾਡੀ ਨੂੰ ਬਿਮਾਰ ਕਰੇਗਾ ਜਾਂ ਉਹਨੂੰ ਇਮਿਊਨ ਆਪਣਾ ਸਿਸਟਮ ਉਹਨੂੰ ਕਾਊਂਟਰ ਕਰੇਗਾ ਤਾਂ ਕਿ ਉਹ ਬਿਮਾਰੀ ਨਾ ਆਵੇ। ਸੋ ਵੈਕਸੀਨੇਸ਼ਨ ਜਿਹੜੀ ਅੱਜ ਤੋਂ ਅਸੀਂ ਬਚਪਨੇ ਵਿੱਚ ਵੀ ਲੈਂਦੇ ਸੀ, ਤੁਸੀਂ ਦੇਖਿਆ ਹੋਣਾ BCG, ਪੋਲੀਓ, DPT, ਇੰਨੀਆਂ ਵੈਕਸੀਨ ਅਸੀਂ ਲਾਉਂਦੇ ਹਾਂ। ਉਹ ਵੈਕਸੀਨ ਸਿਰਫ ਇਸ ਲਈ ਲਾਈਆਂ ਜਾਂਦੀਆਂ ਕਿ ਤੁਹਾਡੀ ਇਮਿਊਨਿਟੀ ਉਸ ਬਿਮਾਰੀ ਬਾਰੇ ਡਿਵੈਲਪ ਹੋ ਸਕੇ, ਨਾ ਕਿ ਉਹ ਬਿਮਾਰੀ ਦੇ ਟ੍ਰੀਟਮੈਂਟ ਵਾਸਤੇ ਨਹੀਂ ਹੈ। ਟ੍ਰੀਟਮੈਂਟ ਡਿਫਰੈਂਟ ਹੈ। ਬਿਮਾਰੀ ਜਦੋਂ ਆ ਜਾਂਦੀ ਹੈ ਉਹਦਾ ਟ੍ਰੀਟਮੈਂਟ ਕਹਿ ਸਕਦੇ ਆ ਕਿ ਬਿਮਾਰੀ ਤੋਂ ਬਚਣ ਵਾਸਤੇ ਹੈ, ਆਪਾਂ ਪਹਿਲਾਂ ਹੀ ਇਤਿਹਾਸ ਦੇ ਤੌਰ ਤੇ ਇਹਨਾਂ ਨੂੰ ਲੈਂਦੇ ਹਾਂ, ਜਿਹਦੇ ਨਾਲ ਸਾਡੀ ਬਾਡੀ ਡਿਫੈਂਸ ਕਰ ਸਕਦੀ ਹੈ, ਉਹਨਾਂ ਲੜਨ ਜੋਗੀ ਹੋ ਜਾਂਦੀ ਹੈ। ਇਹੀ ਕਹਿ ਸਕਦੇ ਹਾਂ ਆਪਾਂ? ਐਬਸੋਲਿਊਟਲੀ ਯੂ ਆਰ ਕਰੈਕਟ, ਕਿਉਂਕਿ ਇਹ ਇੱਕ ਐਸੀ ਚੀਜ਼ ਹੈ, ਵੈਕਸੀਨੇਸ਼ਨ ਜਿਹੜੀ ਹੈ ਉਹ ਪ੍ਰੋਟੈਕਸ਼ਨ ਵਾਸਤੇ ਲਈ ਜਾਂਦੀ। ਇਹ ਨੈਸ਼ਨਲ ਪ੍ਰੋਗਰਾਮਸ ਇਸੇ ਲਈ ਬਣੇ ਕਿਉਂਕਿ ਕੁਝ ਬਿਮਾਰੀਆਂ ਜਿਹੜੀਆਂ ਸੀ ਉਹਨਾਂ ਦਾ ਟ੍ਰੀਟਮੈਂਟ ਪੋਸੀਬਲ ਨਹੀਂ ਸੀ, ਟਰਾਂਸਮਿਸ਼ਨ ਬਹੁਤ ਜ਼ਿਆਦਾ ਸੀ, ਡਿਜ਼ੀਜ਼ ਲੋਡ ਬਹੁਤ ਜ਼ਿਆਦਾ ਸੀਗਾ, ਲੋਕੀ ਜਿਹੜੇ ਸੀ ਉਹ ਸਫਰ ਕਰਦੇ ਸੀ, ਬਿਮਾਰ ਹੁੰਦੇ ਸੀ, ਡੈਥਸ ਹੁੰਦੀਆਂ ਸੀ, ਫੈਮਿਲੀਜ਼ ਬਰਬਾਦ ਹੁੰਦੀਆਂ ਸੀ, ਬੱਚਿਆਂ ਦੀ ਡੈਥਸ ਹੋ ਜਾਂਦੀ ਸੀ, ਮੈਟਰਨਲ ਮੋਰਟੈਲਿਟੀ ਹੋ ਜਾਂਦੀ ਸੀਗੀ। ਸੋ ਉਹਦੇ ਵਾਸਤੇ, ਉਸ ਰੇਟ ਨੂੰ ਘਟਾਉਣ ਵਾਸਤੇ, ਇੱਕ ਲਾਈਫ ਦਾ ਜਿਹੜੀ ਐਕਸਪੈਕਟੈਂਸੀ ਵਧਾਉਣ ਵਾਸਤੇ ਫਿਰ ਉਹ ਵੈਕਸੀਨਸ ਦਾ ਸਹਾਰਾ ਲਿਆ ਜਾਂਦਾ, ਜਿਹਦੇ ਨਾਲ ਤੁਹਾਡੀ ਇੰਟਰਨਲ ਇਮਿਊਨਿਟੀ ਡਿਵੈਲਪ ਹੁੰਦੀ ਹੈ। ਉਹ ਬਿਮਾਰੀ ਦੀ ਲੱਛਣ ਨੂੰ ਘਟਾਉਂਦੀ ਹੈ, ਉਹਦੀ ਮੋਰਟੈਲਿਟੀ ਨੂੰ ਘਟਾਉਂਦੀ ਹੈ, ਲੇਕਿਨ ਬਿਮਾਰੀ ਨੂੰ ਜੜੋਂ ਨਹੀਂ ਟ੍ਰੀਟ ਕਰਦੀ। ਔਰ ਬਿਮਾਰੀ ਤੁਹਾਡੇ ਸਰੀਰ ਦੇ ਵਿੱਚ ਆ ਸਕਦੀ ਹੈ ਲੇਕਿਨ ਉਹਦੇ ਇਫੈਕਟਸ ਘੱਟ ਰਹਿਣਗੇ। ਮਤਲਬ ਉਹ ਤੋਂ ਕਾਫੀ ਹੱਦ ਤੱਕ ਅਸੀਂ ਬਚ ਸਕਦੇ ਹਾਂ ਅਗਰ ਵੈਕਸੀਨ ਲਗਵਾਉਂਦੇ ਆ ਤੇ। ਐਬਸੋਲਿਊਟਲੀ ਟਰੂ ਜੀ। ਜੇ ਤੁਹਾਡੇ ਕੋਲ ਵੈਕਸੀਨੇਸ਼ਨ ਹੈ, ਤੁਸੀਂ ਵੈਕਸੀਨੇਸ਼ਨ ਲੈ ਲਈ ਹੈ, ਤੁਹਾਡੀ ਐਂਟੀਬਾਡੀਜ਼ ਡਿਵੈਲਪ ਹੋ ਚੁੱਕੀਆਂ ਔਰ ਤੁਹਾਨੂੰ ਮੰਨ ਲਓ ਕਿ ਵਾਇਰਸ ਆ ਜਾਂਦੀ ਹੈ ਕਿਸੇ ਕੋਲੋਂ, ਫਿਰ ਤੁਹਾਡੀ ਬਾਡੀ ਉਹਨੂੰ ਫਾਈਟ ਕਰਨ ਵਾਸਤੇ ਇਨੀਸ਼ੀਅਲੀ ਰੈਡੀ ਹੋਏਗੀ। ਮੈਂ ਇੱਕ ਗੱਲ ਡਾਕਟਰ ਸਾਹਿਬ ਕਹਿਣਾ ਚਾਹਾਂਗਾ, ਕਿਉਂਕਿ ਸਾਡੇ ਚੈਨਲ 'ਤੇ ਹਰ ਤਰ੍ਹਾਂ ਦੇ ਦਰਸ਼ਕ ਜੁੜੇ ਹੁੰਦੇ ਨੇ ਅਤੇ ਉਹਨਾਂ ਨੂੰ ਇਹ ਚੀਜ਼ ਦੱਸਣ ਵਾਸਤੇ, ਉਹਨਾਂ ਨੂੰ ਇੱਕ ਆਪਾਂ ਕਹੀਏ ਵੀ ਇੱਕ ਪਿਓਰ ਪੰਜਾਬੀ 'ਚ ਸਮਝਾਉਣਾ ਹੋਏ ਕਿ ਐਂਟੀਬਾਡੀ ਕੀ ਹੈ ਨਾ, ਅਤੇ ਉਹ ਚੀਜ਼ ਅਸੀਂ ਉਹਨੂੰ ਐਕਸਪਲੇਨ ਕਰੋ ਥੋੜ੍ਹਾ, ਤਾਂ ਕਿ ਹਰ ਆਮ ਬੰਦਾ ਇਹਨੂੰ ਸਮਝ ਸਕੇ ਕਿ ਕੀ ਹੈ। ਕਈ ਲੋਕ ਕਹਿੰਦੇ ਨੇ ਕਿ ਅਸੀਂ ਸੁਣਦੇ ਤਾਂ ਬਹੁਤ ਆ, ਪਰ ਕੁਝ ਵਰਡ ਸਾਨੂੰ ਸਮਝ ਹੀ ਨਹੀਂ ਆਉਂਦੇ ਵੀ ਕੀ ਹੈ। ਜੀ ਮੈਂ ਬਿਲਕੁਲ ਜੀ ਤੁਹਾਡੀ ਬਿਲਕੁਲ ਇਹਨੂੰ ਸਰਲ ਭਾਸ਼ਾ 'ਚ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਅਸੀਂ ਜਦੋਂ ਜੰਗ ਲੜਨ ਜਾਂਦੇ ਹਾਂ ਅਤੇ ਅਸੀਂ ਆਪਣੀ ਬਖਤਰਬੰਦ ਗੱਡੀਆਂ ਲੈਂਦੇ ਹਾਂ, ਜਾਂ ਅਸੀਂ ਆਪਣਾ ਕੁਛ ਢਾਲ ਬਣਾ ਕੇ ਲੈ ਕੇ ਜਾਂਦੇ ਹਾਂ। ਜੇ ਅਸੀਂ ਤਲਵਾਰਾਂ ਦੀ ਲੜਾਈ ਲੜ ਰਹੇ ਹਾਂ ਅਤੇ ਸਾਡੇ ਹੱਥ 'ਚ ਢਾਲ ਹੁੰਦੀ ਹੈ, ਤਲਵਾਰ ਮਾਰੇਗੀ, ਅਗਲਾ ਬੰਦਾ ਤਲਵਾਰ ਮਾਰੇਗਾ ਅਤੇ ਉਹ ਢਾਲ ਦੇ ਉੱਪਰ ਵੱਜੇਗੀ, ਉਹ ਸਾਨੂੰ ਡਾਇਰੈਕਟ ਇੰਪੈਕਟ ਤੋਂ ਬਚਾਏਗੀ। ਜਿਹੜੀ ਇਹ ਵੈਕਸੀਨ ਹੈ, ਇਹ ਇੱਕ ਢਾਲ ਹੈ। ਇਹ ਢਾਲ ਹਟ ਜਾਂਦੀ ਹੈ ਅਤੇ ਜਿਹੜਾ ਤੁਹਾਡੇ ਅੱਗੇ ਅਟੈਕ ਕਰ ਰਿਹਾ ਉਹ ਤੁਹਾਡੀ ਬਾਡੀ ਨੂੰ ਕਿਲ ਕਰ ਦੇਗਾ, ਇੰਜਰ ਕਰ ਦੇਗਾ। ਸੋ ਜਿਹੜੀ ਐਂਟੀਬਾਡੀਜ਼ ਹੈ ਉਹ ਥੋੜ੍ਹਾ ਢਾਲ ਵਾਂਗੂ ਕੰਮ ਕਰਦੀ ਹੈ। ਇਟ ਇਜ਼ ਅ ਕਾਈਂਡ ਆਫ ਆਮ ਵਿੱਚ ਜਿਹੜਾ ਤੁਹਾਨੂੰ ਬਾਡੀ ਦੇ ਉੱਪਰ ਇੱਕ ਕਾਈਂਡ ਆਫ ਸ਼ੀਲਡ ਬਣ ਜਾਂਦੀ ਹੈ, ਜਿਹੜੀ ਤੁਹਾਨੂੰ ਬਿਮਾਰੀ ਤੋਂ, ਦੇਖੋ ਬਿਮਾਰੀ ਜੜੋਂ ਨਹੀਂ ਜਾਏਗੀ, ਲੈਟਸ ਬੀ ਵੈਰੀ ਕਲੀਅਰ ਔਨ ਦਿਸ। ਬਿਮਾਰੀ ਨਹੀਂ ਜਾਏਗੀ ਜੜੋਂ, ਬਿਮਾਰੀ ਰਹੇਗੀ ਇੱਥੇ, ਲੇਕਿਨ ਬਿਮਾਰੀ ਤੁਹਾਨੂੰ ਬਿਮਾਰ ਘੱਟ ਕਰੇਗੀ, ਲੱਛਣ ਘੱਟ ਦੇਗੀ ਔਰ ਮੋਰਟੈਲਿਟੀ ਅਸੀਂ ਜ਼ੀਰੋ ਕਰਨੀ ਚਾਹੁੰਦੇ ਹਾਂ। ਬਿਮਾਰੀ ਆਏਗੀ, ਆਪਣਾ ਟਾਈਮ ਲਏਗੀ, ਚਲੀ ਜਾਏਗੀ। ਸੋ ਐਂਟੀਬਾਡੀਜ਼ ਜਿਹੜੀਆਂ ਨੇ ਉਹ ਇਹ ਵੈਕਸੀਨ ਡਿਵੈਲਪ ਕਰਦੀ ਹੈ, ਉਹ ਤੁਹਾਡੀ ਬਾਡੀ ਦੇ ਅੱਗੇ ਢਾਲ ਬਣਾਉਂਦੀ ਹੈ, ਜਿਹੜਾ ਕਿ ਤੁਹਾਨੂੰ ਉਹਦੇ ਮੌਤ ਤੋਂ ਅਤੇ ਉਹਦੇ ਲੱਛਣਾਂ ਤੋਂ ਉਹ ਤੋਂ ਪ੍ਰੋਟੈਕਟ ਕਰਦਾ ਹੈ। ਕੁਛ ਇੱਦਾਂ ਦੀਆਂ ਵੀ ਧਾਰਨਾ ਦੇਖਣ 'ਚ ਆਈਆਂ ਨੇ ਡਾਕਟਰ ਸਾਹਿਬ, ਵੀ ਜਿਸ 'ਚ ਕਿਹਾ ਜਾ ਰਿਹਾ ਕਿ ਜਿਹੜੀ ਪੰਜਾਬ ਦੇ ਵਿੱਚ ਵੈਕਸੀਨ ਲੱਗ ਰਹੀ ਆ ਜਾਂ ਦਿੱਲੀ 'ਚ ਲੱਗ ਰਹੀ ਜਾਂ ਹੋਰ ਸਟੇਟਾਂ 'ਚ, ਇਹਨਾਂ 'ਚ ਕੁਛ ਫਰਕ ਆ। ਅਤੇ ਪਤਾ ਨਹੀਂ, ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਦਿੱਲੀ ਦੇ ਵਿੱਚ ਸੈਂਟਰ 'ਚ BJP ਦੀ ਸਰਕਾਰ ਹੈ, ਅਤੇ ਪੰਜਾਬੀਆਂ ਨੂੰ ਖ਼ਤਮ ਕਰਨ ਲਈ ਇਹੋ ਜਿਹੀ ਕੋਈ ਵੈਕਸੀਨ ਜਿਹੜੀ ਆ ਦਿੱਤੀ ਹੈ, ਜਿਹੜੀ ਉਹ ਇੰਨੀ ਕੁਆਲਿਟੀ ਇੰਨੀ ਵਧੀਆ ਨਹੀਂ ਆ ਜਾਂ ਕੀ ਆ, ਇਹਦੇ ਬਾਰੇ ਵੀ ਕੁਝ ਦੱਸਣਾ ਚਾਹੋ ਤੁਸੀਂ? ਦੇਖੋ, ਅਗਰ ਇਹ ਸੱਚ ਹੁੰਦਾ ਤਾਂ ਫਿਰ ਡਾਕਟਰਸ ਦੇ ਕਿਸੇ ਨੇ ਵੀ ਵੈਕਸੀਨ ਨਹੀਂ ਸੀ ਲਗਵਾਉਣੀ। ਦੇਖੋ, ਇਹ ਪੋਲੀਟਿਕਸ ਹੈ, ਮੈਂ ਉਹਦੇ ਵਿੱਚ ਤਾਂ ਬਿਲਕੁਲ ਨਹੀਂ ਜਾਵਾਂਗਾ। ਇਹ ਸਿਆਸਤ ਚੱਲਦੀ ਰਹਿਣੀ ਹੈ, ਸਾਡੀ ਜ਼ਿੰਦਗੀ 'ਚ ਸਿਆਸਤ ਭਰੀ ਹੋਈ ਹੈ। ਪਰ ਜਿਹੜੀਆਂ ਵੈਕਸੀਨਸ ਪੰਜਾਬ, ਜਿਹੜੀਆਂ ਵੈਕਸੀਨ ਸਾਨੂੰ ਲੱਗੀਆਂ ਨੇ, ਪ੍ਰੋਬਬਲੀ ਦੀ ਬੈਸਟ ਵੈਕਸੀਨ ਵਿਚ ਇਜ਼ ਅਵੇਲੇਬਲ, ਕੋਵੀਸ਼ੀਲਡ ਨਾਮ ਹੈ ਉਹਦਾ। ਔਰ ਕੋਵੀਸ਼ੀਲਡ ਉਹ ਵੈਕਸੀਨ ਹੈ ਜਿਹੜੀ ਕਿ
ਐਸਟਰਾਜ਼ੇਨੇਕਾ ਇੱਕ ਫਾਰਮਾਸਿਊਟੀਕਲ ਕੰਪਨੀ ਹੈ ਜਿਹੜੀ ਕਿ ਨਾਰਵੇ ਦੇ ਵਿੱਚ ਹੈਗੀ, ਨੋਰਵੀਜੀਅਨ ਕੰਪਨੀ ਹੈ, ਔਰ ਆਕਸਫੋਰਡ ਯੂਨੀਵਰਸਿਟੀ ਜਿਹੜੀ ਲੰਡਨ ਦੀ ਹੈ, ਉਹਦੇ ਨਾਲ ਕੋਲੈਬੋਰੇਸ਼ਨ ਦੇ ਨਾਲ ਉਹ ਵੈਕਸੀਨ ਡਿਵੈਲਪ ਹੋਈ ਹੈ। ਉਹ ਇੱਕ ਸਾਇੰਟੀਫਿਕ ਡਿਵੈਲਪਮੈਂਟ ਸੀ। ਉਹਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਇੰਡੀਆ ਦੇ ਵਿੱਚ ਹੋਈ ਹੈ। ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਉਹ ਵੈਕਸੀਨ ਦੀ ਪ੍ਰੋਡਕਸ਼ਨ ਇੰਡੀਆ 'ਚ ਹੈ। ਹੁਣ ਅਸੀਂ ਸਪਲਾਈ ਅਸੀਂ ਸੈੱਲ ਕਰ ਸਕਦੇ ਹਾਂ, ਮਤਲਬ ਸਾਡੀ ਗਵਰਨਮੈਂਟ ਬਾਕੀ ਦੀ ਕੰਟਰੀਜ਼ ਨੂੰ ਸੈੱਲ ਕਰ ਸਕਦੀ ਹੈ। ਕੋਵੀਸ਼ੀਲਡ ਵੈਕਸੀਨ ਉਹ ਹੈ। ਇੱਕ ਵੈਕਸੀਨ ਸਾਡੀ ਇੰਡੀਆ ਵਿੱਚ ਡਿਵੈਲਪ ਹੋ ਰਹੀ ਹੈ ਜਿਹਦਾ ਨਾਮ ਹੈ ਕੋਵੈਕਸਿਨ, ਕੋਵੀਸ਼ੀਲਡ ਕੋਵੈਕਸਿਨ। ਸੋ 2 ਵੈਕਸੀਨਸ ਨਾਲ ਅਜੇ ਤੱਕ ਇੰਡੀਆ ਰੂਬਰੂ ਹੋਇਆ ਹੈ। ਹਾਲਾਂਕਿ ਰਫਲੀ ਕੋਈ 50 ਵੈਕਸੀਨਸ ਵਰਲਡ ਓਵਰ ਵੱਖੋ ਵੱਖਰੀਆਂ ਫਾਰਮਾਸਿਊਟੀਕਲ ਕੰਪਨੀਜ਼ ਔਰ ਵੱਖੋ ਵੱਖਰੀਆਂ ਕੰਟਰੀਜ਼ ਇਹਦੇ ਉੱਪਰ ਕੋਸ਼ਿਸ਼ ਕਰ ਰਹੀਆਂ ਨੇ। ਬਟ ਮੇਰਾ ਖਿਆਲ ਹੈ ਕਿ ਇੰਡੀਆ ਨੂੰ ਇਸ ਚੀਜ਼ 'ਤੇ ਸ਼ਾਬਾਸ਼ ਦੇਣੀ ਚਾਹੀਦੀ ਹੈ, ਇੰਡੀਆ ਦੇ ਸਾਇੰਟਿਸਟ ਨੂੰ ਔਰ ਇੰਡੀਆ ਦੇ ਡਾਕਟਰਸ ਨੂੰ, ਜਿਨ੍ਹਾਂ ਨੇ ਇਹ ਵੈਕਸੀਨ ਇੰਨੀ ਜਲਦੀ ਡਿਵੈਲਪ ਕੀਤੀ ਔਰ ਸੇਫਟੀ ਦੇ ਨਾਲ ਡਿਵੈਲਪ ਕੀਤੀ। ਸੋ ਦੋਨਾਂ 'ਚ ਡਿਫਰੈਂਸ ਹੈ ਵੈਕਸੀਨ ਦਾ, ਬਟ ਸੇਫਟੀ ਪੁਆਇੰਟ ਆਫ ਵਿਊ ਨਾਲ ਕੋਈ ਡਿਫਰੈਂਸ ਨਹੀਂ ਹੈ। ਇਹ ਕਹਿ ਸਕਦੇ ਹਾਂ ਕਿ ਕੁਛ ਦਾ ਰਿਜ਼ਲਟ ਹੋ ਸਕਦਾ ਕਿਸੇ ਤੇ ਕੁਛ ਜ਼ਿਆਦਾ ਨਜ਼ਰ ਆਵੇ ਜਾਂ ਜ਼ਿਆਦਾ ਘੱਟ ਨਜ਼ਰ ਆਵੇ, ਕਿ ਇਹਨਾਂ 'ਚ ਮਤਲਬ ਥੋੜ੍ਹਾ ਬਹੁਤਾ ਡਿਫਰੈਂਸ ਤੇ ਕੋਈ ਐਵਰੇਜ ਪਰਸੈਂਟੇਜ ਦਾ ਹੋਏਗਾ? ਨਹੀਂ, ਮੈਂ ਤੁਹਾਨੂੰ ਦੇਖੋ, ਮੈਂ ਫਿਰ ਸਰਲ ਭਾਸ਼ਾ 'ਚ ਸਮਝਾਉਣ ਦੀ ਕੋਸ਼ਿਸ਼ ਕਰਦਾ। ਜਿਹੜੀ ਕੋਵੀਸ਼ੀਲਡ ਹੈ ਉਹ ਇੱਕ ਰੀਕੰਬੀਨੈਂਟ ਟੈਕਨੋਲੋਜੀ, ਅੰਗਰੇਜ਼ੀ ਦਾ ਵਰਡ ਅਗੇਨ ਰੀਕੰਬੀਨੈਂਟ ਦਾ ਮਤਲਬ ਇਹ ਹੈ ਜੀ, ਇਹ ਵਾਇਰਸ ਦੀ ਇੱਕ ਸ਼ੇਪ ਹੈ। ਇਹ ਮੇਰੇ ਹੱਥ 'ਚ ਵਾਇਰਸ ਇੱਕ ਸ਼ੇਪ ਪਈ ਹੋਈ ਹੈ। ਮੈਂ ਇਸ ਵਾਇਰਸ ਨੂੰ ਤੁਹਾਡੀ ਬੋਡੀ 'ਚ ਨਹੀਂ ਪਾ ਰਿਹਾ ਕਿਲ ਕਰਕੇ। ਮੈਂ ਵਾਇਰਸ ਨੂੰ ਇੱਕ ਸਾਇੰਟੀਫਿਕ ਲੈਬੋਰੇਟਰੀ ਦੇ ਵਿੱਚ ਰੈਪਲੀਕੇਟ ਕਰਾਂਗਾ। ਮੀਨਸ ਇਹ ਵਾਇਰਸ ਹੈ, ਮੈਂ ਇਹਦਾ ਪ੍ਰਤੀਬਿੰਬ ਸਮਝ ਗਿਆ ਜਾਂ ਇਮੇਜ ਜਾਂ ਉਹਦਾ ਇੱਕ ਇਕੁਇਵਲੈਂਟ ਲੈਬੋਰੇਟਰੀ 'ਚ ਤਿਆਰ ਕਰਾਂਗਾ। ਉਸ ਇਕੁਇਵਲੈਂਟ ਨੂੰ ਮਲਟੀਪਲਾਈ ਕਰਕੇ ਤੁਹਾਡੀ ਬੋਡੀ 'ਚ ਇੰਟਰੋਡਿਊਸ ਕਰਾਂਗਾ। ਉਹ ਬੋਡੀ ਉਹਨੂੰ ਪਰਸੀਵ ਕਰੇਗੀ ਜਿਸ ਤਰ੍ਹਾਂ ਕਿ ਉਹ ਵਾਇਰਸ ਹੀ ਹੈ, ਲੇਕਿਨ ਉਸ ਵਾਇਰਸ ਦੀ ਕਿਲਿੰਗ ਕੈਪੈਸਿਟੀ ਨਹੀਂ ਹੋਏਗੀ। ਸੋ ਇਹ ਜਿਹੜੀ ਕੋਵੀਸ਼ੀਲਡ ਵੈਕਸੀਨ ਹੈ ਇਹ ਰੀਕੰਬੀਨੈਂਟ ਟੈਕਨੋਲੋਜੀ ਦੇ ਨਾਲ ਬਣੀ ਹੈ। ਜਿਹੜੀ ਕੋਵੈਕਸਿਨ ਹੈ, ਜਿਹੜੀ ਕਿ ਇੰਡੀਆ ਡਿਵੈਲਪ ਕਰ ਰਿਹਾ, ਜਿਹਦੇ 'ਚ ਭਾਰਤ ਬਾਇਓਟੈਕ ਇੱਕ ਕੰਪਨੀ ਹੈ ਜਿਹੜੀ ਡਿਵੈਲਪ ਕਰ ਰਹੀ ਹੈ, ਉਹ ਹੈਗੀ ਹੈ ਵਾਇਰਸ ਨੂੰ ਹੀ ਅਸੀਂ ਅਟੈਨੂਏਟ, ਇੱਕ ਵਰਡ ਯੂਜ਼ ਕਰਦੇ ਹਾਂ, ਅਟੈਨੂਏਟ ਇਟ ਮੀਨਸ ਕਿ ਉਹਦੀ ਜਿਹੜੀ ਅਸੀਂ ਕਿਲਿੰਗ ਕੈਪੈਸਿਟੀ ਹੈ ਉਹਨੂੰ ਘਟਾਤਾ ਜਾਂ ਖਤਮ ਕਰਤਾ। ਇੱਕ ਹੁੰਦੀ ਕਿਲਡ ਵਾਇਰਸ, ਇੱਕ ਵਾਇਰਸ ਹੈ ਪਕੜਿਆ, ਉਹਨੂੰ ਅਸੀਂ ਮਾਰ ਦਿੱਤਾ, ਲੇਕਿਨ ਵਾਇਰਸ ਦਾ ਜਿਹੜਾ ਜਿਨੋਮ ਹੈ, ਮੀਨਸ RNA DNA ਵਟਐਵਰ, ਇਹ RNA ਵਾਇਰਸ ਹੈ, RNA ਰਹੇਗਾ। ਸਾਡੀ ਬੋਡੀ ਦੀ ਖਾਸੀਅਤ ਹੈ, ਰੱਬ ਦੀ ਦੇਣ ਹੈ ਕਿ ਜਦੋਂ ਵੀ ਕੋਈ ਵੀ ਜਿਹੜੀ ਵਿਰੀਓਨ ਕਹਿੰਦੇ ਆ ਉਹਨੂੰ, ਉਹ ਬੋਡੀ 'ਚ ਇੰਟਰੋਡਿਊਸ ਕਰਦਾ ਹੈ, ਉਹ ਬੋਡੀ ਉਹਨੂੰ ਐਜ਼ ਏ ਜਿੱਦਾਂ ਐਨੀਮੀ ਤੁਹਾਨੂੰ ਇੰਟਰੋਡਿਊਸ ਕਰਦਾ ਉੱਦਾਂ ਹੀ ਪਰਸੀਵ ਕਰਦੀ ਹੈ। ਫਿਰ ਤੁਹਾਡੀ ਬੋਡੀ ਰਿਐਕਟ ਕਰਦੀ ਹੈ ਉਹਨੂੰ। ਉਹ ਜਦੋਂ ਬੋਡੀ ਰਿਐਕਟ ਕਰਦੀ ਹੈ ਉਸ ਚੀਜ਼ ਨੂੰ, ਉਹਦੇ ਵਾਸਤੇ ਥੋੜ੍ਹੇ ਸਿੰਪਟਮਸ ਆਉਂਦੇ ਜਿਹੜੇ ਤੁਸੀਂ ਸ਼ਾਇਦ ਤੁਹਾਡਾ ਨੈਕਸਟ ਕੁਐਸਚਨ ਨਹੀਂ ਆਉਣ ਵਾਲਾ, ਲੇਕਿਨ ਉਹ ਬੋਡੀ ਦੀ ਡਿਫੈਂਸ ਮੈਕੈਨਿਜ਼ਮਸ ਤਿਆਰ ਹੋ ਜਾਂਦੀਆਂ। ਸੋ ਚਾਹੇ ਤੁਸੀਂ ਉਹਨੂੰ ਇੱਕ ਡੈਡ ਵਾਇਰਸ ਪਾਓ, ਚਾਹੇ ਅਟੈਨੂਏਟਡ ਵਾਇਰਸ ਪਾਓ, ਚਾਹੇ ਤੁਸੀਂ ਉਹਨੂੰ ਰੀਕੰਬੀਨੈਂਟ ਟੈਕਨੋਲੋਜੀ ਦੇ ਨਾਲ ਕੋਈ ਵਾਇਰਸ ਪਾਓ, ਬੋਡੀ ਦੇ ਵਿੱਚ ਤਿੰਨਾਂ ਚੀਜ਼ਾਂ ਦੀ ਐਂਟਰੀ ਜ਼ਰੂਰੀ ਹੈ, ਤਾਂ ਹੀ ਤੁਹਾਡੀ ਬੋਡੀ ਐਂਟੀਬਾਡੀਜ਼ ਬਣਾਏਗੀ। ਸੋ ਇਹ 3 ਪੋਸੀਬਿਲਿਟੀਜ਼ ਦੇ ਨਾਲ ਵਾਇਰਸ ਦਾ ਉੱਪਰ ਕੰਮ ਹੋ ਰਿਹਾ, ਔਰ ਇਹ 2 ਅਲੱਗ-ਅਲੱਗ ਵੈਕਸੀਨ ਜ਼ਰੂਰ ਨੇ, ਲੇਕਿਨ ਇਹਨਾਂ ਦਾ ਇਫੈਕਟ ਸੇਮ ਹੈ। ਤੁਸੀਂ ਵੈਕਸੀਨ ਲਗਵਾਉਣ ਤੋਂ ਬਾਅਦ ਕੋਈ ਆਪਣੀ ਬੋਡੀ 'ਚ ਚੇਂਜਸ ਫੀਲ ਕੀਤੇ, ਕੋਈ ਬਦਲਾਅ ਤੁਹਾਨੂੰ ਲੱਗਾ ਹੋਏ? ਸੀ ਓਨੈਸਟਲੀ ਮੈਨੂੰ ਕੋਈ ਬਦਲਾਵ ਨਹੀਂ ਆਇਆ। ਮੈਂ ਬਿਲਕੁਲ ਆਪਣਾ ਰੂਟੀਨ ਕੰਮ ਕਰਦਾ ਰਿਹਾ। 16th ਆਫ ਜਨਵਰੀ ਨੂੰ ਸਾਨੂੰ ਵੈਕਸੀਨ ਲੱਗੀ ਸੀ ਅਤੇ ਅੱਜ 23 ਤਰੀਕ ਹੋ ਗਈ ਹੈ। 7 ਡੇਜ਼ ਡਾਊਨ ਦਾ ਲਾਈਨ ਮੈਨੂੰ ਐਬਸੋਲੂਟਲੀ ਕੋਈ ਇਫੈਕਟ ਨਹੀਂ ਹੈ, ਔਰ ਮੈਂ ਆਪਣਾ ਰੂਟੀਨ ਵਰਕ ਕਰ ਰਿਹਾ ਜਿੱਦਾਂ ਦਾ ਸੀਗਾ। ਬਲਕਿ ਮੈਨੂੰ ਇਹ ਹੈਰਾਨਗੀ ਹੋ ਰਹੀ ਹੈ ਕਿ ਵੈਕਸੀਨ ਲਗਾਉਣ ਦੇ ਨਾਲ ਵੀ ਤੁਹਾਨੂੰ ਕੋਈ ਸਟਾਰਡਮ ਮਿਲਣੀ ਸ਼ੁਰੂ ਹੋ ਜਾਂਦੀ ਹੈ। ਆਈ ਐਮ ਰੀਅਲੀ ਸਰਪ੍ਰਾਈਜ਼। ਵੈਕਸੀਨਸ ਤਾਂ ਬੱਚਿਆਂ ਨੂੰ ਲੱਗਦੀਆਂ ਆ ਰਹੀਆਂ, ਸ਼ੁਰੂ ਤੋਂ ਲੱਗਦੀਆਂ ਆ ਰਹੀਆਂ, ਕੋਈ ਨਵੀਂ ਵੈਕਸੀਨ ਨਹੀਂ ਹੈ। ਬਟ ਆਲ ਸੈਡ ਐਂਡ ਡਨ, ਲੋਕਾਂ ਦਾ ਫੀਅਰ ਫੋਬੀਆ ਕੁਛ ਹੱਦ ਤੱਕ ਜਾਇਜ਼ ਵੀ ਹੈ। ਐਕਚੁਅਲੀ ਕਰੋਨਾ ਇੱਕ ਪਹਿਲੀ ਵਾਰੀ ਇੱਦਾਂ ਦੀ ਕਾਫੀ ਲੋਕਾਂ ਨੇ ਬਿਮਾਰੀ ਦੇਖੀ ਹੈ ਕਿ ਜਿਹੜੀ ਇਸ ਤਰੀਕੇ ਨਾਲ ਫੈਲ ਰਹੀ ਆ, ਔਰ ਇੰਨੀ ਜਲਦੀ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਕਰਕੇ ਇੱਕ ਡਰ ਦਾ ਮਾਹੌਲ ਹੈ, ਜਿਹਦੇ ਕਰਕੇ ਉਸ ਤੋਂ ਬਾਅਦ ਵੈਕਸੀਨ ਦੀ ਜਿਹੜੀ ਦੌੜ ਲੱਗੀ ਸੀ ਸਾਰੇ ਦੇਸ਼ਾਂ ਵੱਲੋਂ, ਉਹ ਉਸ ਦੌੜ ਦੇ ਵਿੱਚ ਵੀ ਜਲਦੀ ਬਣਾਉਣ ਦੇ ਚੱਕਰ 'ਚ ਕੁਝ ਲੋਕ ਡਰੇ ਨੇ ਕਿ ਹੋ ਸਕਦਾ ਕਿ ਹਜੇ ਜਲਦਬਾਜ਼ੀ ਕੀਤੀ ਜਾ ਰਹੀ ਆ, ਉਹਦੇ ਵਿੱਚ ਵੈਕਸੀਨ ਜਿਹੜੀ ਆ ਉਹਦੇ ਰਿਜ਼ਲਟ ਜਿਹੜੇ ਆ ਉਹਨੇ ਬੈਟਰ ਨਾ ਹੋਣ। ਡਾਕਟਰ ਸਾਹਿਬ, ਜਦੋਂ ਤੁਸੀਂ ਇਹ ਵੈਕਸੀਨ ਲਗਵਾਉਣੀ ਸੀ ਅਤੇ ਤੁਹਾਡੇ ਫੈਮਿਲੀ ਦੇ ਵਿੱਚ ਤੁਹਾਨੂੰ ਕਿਸੇ ਨੇ ਮਨਾ ਕੀਤਾ ਹੋਏਗਾ ਕਿ ਇਹ ਵੈਕਸੀਨ ਕਿਉਂ ਲਗਵਾ ਰਹੇ ਹੋ, ਹਜੇ ਰੁਕ ਜਾਓ, ਜਾਂ ਇੱਦਾਂ ਦੀ ਕੋਈ ਤੁਹਾਨੂੰ ਘਰ ਵੱਲੋਂ ਕੁਛ ਇੱਦਾਂ ਦਾ ਸੁਣਨ ਨੂੰ ਮਿਲਿਆ ਵੀ ਉਹਨਾਂ ਦੇ ਵਿੱਚ ਵੀ ਮਨ ਦੇ ਵਿੱਚ ਕੋਈ ਡਰ ਦਾ ਮਾਹੌਲ ਸੀ ਵੀ ਵੈਕਸੀਨ ਨੂੰ ਲੈ ਕੇ, ਜਿਸ ਤਰ੍ਹਾਂ ਕਿ ਬੜੀਆਂ ਗਲਤਫਹਿਮੀਆਂ ਜਾਂ ਧਾਰਨਾਵਾਂ ਆ ਰਹੀਆਂ ਸੀ ਸਾਹਮਣੇ ਸੋਸ਼ਲ ਮੀਡੀਆ 'ਤੇ, ਇਸ ਚੀਜ਼ ਨੂੰ ਦੇਖਦੇ ਹੋਏ ਵੀ ਹੋ ਸਕਦਾ ਤੁਹਾਨੂੰ ਵੀ ਫੈਮਿਲੀ ਮੈਂਬਰਸ ਨੇ ਘਰ ਦੇ ਕਿ ਕੁਛ ਨਾ ਕੁਛ ਇਹਨੂੰ ਅਵੋਇਡ ਕਰਨ ਲਈ ਕਿਹਾ ਹੈ ਕਿ ਹਜੇ ਨਾ ਲਗਵਾਓ, ਰੁਕ ਜਾਓ, ਵੇਟ ਕਰ ਲਓ, ਇੱਦਾਂ ਦਾ ਕੁਛ ਹੋਇਆ? ਔਨ ਦਾ ਕੰਟਰਰੀ, ਮੇਰੀ ਵਾਈਫ ਨੇ ਮੈਨੂੰ, ਜਿਹੜੇ ਖੁਦ ਡਾਕਟਰ ਨੇ, ਉਹਨਾਂ ਨੇ ਮੈਨੂੰ ਇਨਕਰੇਜ ਕੀਤਾ ਸੀ। ਬਟ ਇੱਕ ਅਸਮੰਜਸ ਦੀ ਸਥਿਤੀ ਜ਼ਰੂਰ ਸੀ ਮਾਈਂਡ ਦੇ ਵਿੱਚ। 2 ਤਰ੍ਹਾਂ ਦੀ
ਨਵੀਂ ਵੈਕਸੀਨ ਹੈ, ਬੋਡੀ 'ਤੇ ਕੋਈ ਹੋਰ ਤਰ੍ਹਾਂ ਦਾ ਇਫੈਕਟ ਨਾ ਆ ਜਾਏ। ਔਰ ਔਰ ਦੂਜੇ ਆਸਪੈਕਟ ਇਹ ਵੀ ਸੀ ਕਿ ਕਿਤੇ ਨਾ ਕਿਤੇ ਤਾਂ ਅਸੀਂ ਇਸ ਵਾਇਰਸ ਨੂੰ ਫਾਈਟ ਕਰਨ ਵਾਸਤੇ ਸਾਨੂੰ ਇਹ ਵੈਕਸੀਨ ਤਾਂ ਲੈਣੀ ਪਏਗੀ। ਮੇਰੇ ਮਨ 'ਚ ਜਿਹੜਾ ਜਿਸ ਚੀਜ਼ ਨਾਲ ਸ਼ਾਂਤੀ ਇਸ ਗੱਲ ਦੀ ਸੀ ਕਿ ਕੋਈ ਵੀ ਚੀਜ਼ ਜਿਹੜੀ ਮਾਰਕੀਟ 'ਚ ਇੰਟਰੋਡਿਊਸ ਕੀਤੀ ਜਾਂਦੀ ਹੈ ਉਹ ਆਫਟਰ ਡਿਊ ਰਿਸਰਚ ਇੰਟਰੋਡਿਊਸ ਕੀਤੀ ਜਾਂਦੀ ਹੈ। ਉਹਦਾ ਮਤਲਬ ਇਹ ਹੈ ਉਹਦੀ ਐਫੀਕੇਸੀ ਚਾਹੇ ਨਾ ਹੋਵੇ, ਲੇਕਿਨ ਉਹਦੀ ਜਿਹੜੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹਦੇ ਨਾਲ ਵੈਕਸੀਨ ਦਾ ਕੋਈ ਨੁਕਸਾਨ ਬਾਡੀ ਦਾ ਹੋ ਜਾਏਗਾ ਜਾਂ ਕੋਈ ਬਿਮਾਰੀ ਲੱਗ ਜਾਏਗੀ ਜਾਂ ਡੈਥ ਹੋ ਜਾਏਗੀ, ਇਹ ਪ੍ਰੈਕਟੀਕਲੀ ਇੰਪੋਸੀਬਲ ਹੈ। ਕੋਈ ਵੀ ਕੰਪਨੀ ਕਦੀ ਵੀ ਕੋਈ ਚੀਜ਼ ਐਸੀ ਮਾਰਕੀਟ 'ਚ ਨਹੀਂ ਲਿਆਏਗੀ ਜਿਸ ਨਾਲ ਉਹਦੀ ਕੰਪਨੀ ਦਾ ਨਾਮ ਡੁੱਬ ਜਾਏ। ਤੋ ਸਰਕਾਰ ਦਾ ਤਾਂ ਬਹੁਤ ਵੱਡਾ ਦਾਇਿਤਵ ਹੈਗਾ ਇਸ ਚੀਜ਼ ਦੇ ਉੱਪਰ। ਸੋ ਘਰਦਿਆਂ ਦਾ ਮੇਰੇ ਉੱਪਰ ਤਾਂ ਸ਼ਾਇਦ ਓਨੈਸਟਲੀ ਕੋਈ ਪ੍ਰੈਸ਼ਰ ਨਹੀਂ ਸੀ। ਆਪਣੇ ਮਨ 'ਚ ਸਮੰਜਸ ਥੋੜ੍ਹੀ ਦੇਰ ਲਈ ਜ਼ਰੂਰ ਸੀ। ਮੈਂ ਵੀ ਇੱਕ ਵਾਰੀ ਸੋਚਿਆ ਸੀ ਕਿ ਸ਼ਾਇਦ ਮੈਂ ਵੈਕਸੀਨ ਨਾ ਲਗਵਾਵਾਂ, ਠੀਕ ਹੈ ਮੇਰੀ ਬਾਡੀ ਦੀ ਇਮਿਊਨਿਟੀ ਅੱਛੀ ਹੈ, ਇੰਨੇ ਅਸੀਂ ਕੇਸਿਸ ਦੇ ਵਿੱਚ ਫਿਰਦੇ ਰਹੇ ਹਾਂ, ਲੇਕਿਨ ਉਹ ਤੁਸੀਂ ਇਮਿਊਨਿਟੀ ਦੀ ਗੱਲ ਕੀਤੀ, ਮੈਂ ਇਹਦੇ ਨਾਲ ਗੱਲ ਕਰਨੀ ਚਾਹਾਂਗਾ ਕਿ ਅੱਜ ਦੀ ਡੇਟ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਅਗਰ ਕਰੋਨਾ ਹੈ, ਇਹ ਵੀ ਇੱਕ ਕੁਐਸਚਨ ਮਾਰਕ ਚੱਲ ਰਿਹਾ ਹੈ ਕਈਆਂ ਦੇ ਮਾਈਂਡ 'ਚ ਕਿ ਕਰੋਨਾ ਹੈ ਤੇ ਕਿਸਾਨ ਧਰਨੇ ਤੇ ਬੈਠੇ ਨੇ ਇੰਨੇ ਦੇਰ ਤੋਂ ਤੇ ਉਹਨਾਂ ਨੂੰ ਤੇ ਹੋ ਨਹੀਂ ਰਿਹਾ, ਤੇ ਫਿਰ ਕਰੋਨਾ ਹੈ ਕਿੱਥੇ? ਫਿਰ ਜੇ ਇੰਨੀ ਰਸ਼ ਦੇ ਵਿੱਚ ਨਹੀਂ ਕਿਸੇ ਨੂੰ ਹੋ ਰਿਹਾ, ਬਾਕੀ ਮਾਸਕ ਪਾ ਕੇ ਡਿਸਟੈਂਸ ਬਣਾਉਣ ਦੀਆਂ ਗੱਲਾਂ ਕਰ ਰਹੇ। ਦੇਖੋ ਜੀ, ਪਹਿਲੀ ਗੱਲ ਤਾਂ ਪੰਜਾਬੀਜ਼ ਜਿਹੜੇ ਨੇ ਉਹ ਜਨਰਲੀ ਅੱਛੀ ਇਮਿਊਨਿਟੀ ਰੱਖਦੇ ਨੇ, ਇਸ 'ਚ ਤਾਂ ਕੋਈ ਦੋ ਰਾਏ ਨਹੀਂ ਹੈ। ਸਟਰੋਂਗ ਪਾਪੂਲੇਸ਼ਨ ਮੰਨੀ ਜਾਂਦੀ ਹੈ, ਕਿਸਾਨਾਂ ਨਾਲ ਤਾਂ ਰੱਬ ਹੈ, ਅਤੇ ਉਹ ਆਪਣੇ ਆਪ ਨੂੰ ਉਹਨਾਂ ਜਿੱਥੇ ਕੋਈ ਨਹੀਂ ਆਉਂਦਾ ਉੱਥੇ ਰੱਬ ਆ ਜਾਂਦਾ, ਅਤੇ ਕਰੋਨਾ ਕੀ ਚੀਜ਼ ਹੈ ਫਿਰ ਉਹਨਾਂ ਦੇ ਸਾਹਮਣੇ। ਸੋ ਉਹ ਇੱਕ ਜਜ਼ਬਾ ਹੈ। ਲੇਕਿਨ ਆਲ ਸੈਡ ਐਂਡ ਡਨ ਕਿ ਕਿਸਾਨਾਂ ਨੂੰ ਕਿਆ ਕਰੋਨਾ ਹੋ ਰਿਹਾ ਨਹੀਂ ਹੋ ਰਿਹਾ, ਇਹ ਇੱਕ ਹਮੇਸ਼ਾ ਹੀ ਮਨ ਦੇ ਵਿੱਚ ਅਸਮੰਜਸ ਰਹੇਗਾ ਕਿਉਂਕਿ ਟੈਸਟ ਨਹੀਂ ਅਸੀਂ ਕਰ ਰਹੇ ਉਹਨਾਂ ਦੇ। ਪਰ ਅਗਰ ਹੋ ਰਿਹਾ ਹੋਏਗਾ ਤੇ ਉਹ ਤਾਂ ਬਹੁਤ ਤੇਜ਼ੀ ਨਾਲ ਫੈਲੇਗਾ ਕਿਉਂਕਿ ਉੱਥੇ ਕੋਈ ਵੀ ਮਾਸਕ ਵਗੈਰਾ ਬਹੁਤ ਘੱਟ ਪ੍ਰੀਕਾਸ਼ਨ ਲਏ ਜਾ ਰਹੇ ਨੇ। ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ, ਲੇਕਿਨ ਕਿਉਂਕਿ ਉੱਥੇ ਇੱਕ ਅਬਾਊਟ 125 ਤੋਂ 150 ਦੇ ਆਸ-ਪਾਸ ਡੈਥਸ ਹੋ ਚੁੱਕੀਆਂ ਨੇ। ਹੁਣ ਰੱਬ ਜਾਣਦਾ ਹੈ ਉਹ ਡੈਥਸ ਕਿਸ ਕਰਕੇ ਹੋਈਆਂ ਨੇ। ਆਈ ਮੀਨ ਨੋਰਮਲੀ ਯੂ ਡੋਂਟ ਐਕਸਪੈਕਟ, ਅਗਰ ਉੱਥੇ ਪਾਪੂਲੇਸ਼ਨ ਬੈਠੀ ਹੈ ਓਬਵੀਅਸਲੀ ਨੋਰਮਲੀ ਡੈਥਸ ਵੀ ਹੋਣਗੀਆਂ, ਕਿਸੇ ਨੂੰ ਹਾਰਟ ਅਟੈਕ ਆਏਗਾ ਜਾਂ ਕਿਸੇ ਨੂੰ ਕੋਈ ਬਿਮਾਰੀ ਐਸੀ ਹੈ ਜਿਹੜੀ ਉਹ ਠੰਡ 'ਚ ਬੈਠੇ ਔਰ ਓਲਡ ਏਜ ਦੇ ਵਿੱਚ, ਸੋ ਮੈਨੀ ਥਿੰਗਸ ਕੈਨ ਹੈਪਨ। ਬਟ ਦੈਨ ਅਗਰ ਅਸੀਂ ਬਾਕੀ ਚੀਜ਼ਾਂ ਦੀ ਪੋਸੀਬਿਲਿਟੀ ਸੋਚਦੇ ਹਾਂ ਤਾਂ ਫਿਰ ਆਪਾਂ ਕਰੋਨਾ ਦੀ ਪੋਸੀਬਿਲਿਟੀ ਕਿਉਂ ਨਹੀਂ ਸੋਚਦੇ? ਦੇਖੋ, ਦ ਪ੍ਰੂਫ ਆਫ ਦ ਪੁਡਿੰਗ ਲਾਈਜ਼ ਇਨ ਈਟਿੰਗ। ਆਪਾਂ ਇਹ ਕਹਿੰਦੇ ਹਾਂ ਜੀ ਕਿਆ ਇਹ ਬਿਮਾਰੀ ਐਗਜ਼ਿਸਟ ਕਰਦੀ ਹੈ ਕਿ ਨਹੀਂ ਹੈ, ਇਹੀ ਤੁਹਾਡਾ ਸਵਾਲ ਸੀ। ਮੈਂ ਇਹ ਕਹਿੰਦਾ ਜੀ 1 ਕਰੋੜ ਤੇ 6 ਲੱਖ ਕੇਸਿਸ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਕਰੋਨਾ ਦੇ ਪੋਜ਼ੀਟਿਵ ਕੇਸਿਸ ਆਏ ਹੈ। ਉਹਨਾਂ 'ਚੋਂ 1 ਕਰੋੜ 2 ਲੱਖ ਕੇਸਿਸ ਜਿਹੜੇ ਠੀਕ ਹੋ ਗਏ ਨੇ। ਸਾਡਾ ਇਸ ਵੇਲੇ ਡਿਜ਼ੀਜ਼ ਲੋਡ ਜਿਹੜਾ ਉਹ ਰਫਲੀ 4 ਲੱਖ ਦੇ ਆਸ-ਪਾਸ ਹੈ, ਜਿਨ੍ਹਾਂ ਵਿੱਚੋਂ ਡੇਲੀ ਜਿਹੜਾ ਲੋਡ ਹੈ ਜਿਹੜਾ 1 ਲੱਖ 'ਤੇ ਸੀ ਕਿਸੇ ਵੇਲੇ, ਇਸ ਵੇਲੇ 15,000 ਦੇ ਆਸ-ਪਾਸ ਆ ਚੁੱਕਿਆ। ਮੈਨੂੰ ਇਹ ਦੱਸੋ ਕਿ ਅਗਰ ਇਹ ਕੇਸਿਸ ਜਿਹੜੇ ਹੈਗੇ ਜਿਹੜੇ ਸਾਡੇ ਆ ਰਹੇ ਨੇ ਅੱਜ, ਔਰ ਜਿਨ੍ਹਾਂ ਕਰਕੇ ਡੈਥਸ ਹੋ ਰਹੀਆਂ, ਲੋਕਾਂ ਨੂੰ ਲੱਛਣ ਆ ਰਹੇ ਨੇ, ਲੋਕਾਂ ਦੀਆਂ ਜ਼ਿੰਦਗੀ, ਬਿਜ਼ਨਸ ਸਭ ਕੁਛ ਤਬਾਹ ਹੋ ਗਿਆ, ਬਰਬਾਦ ਹੋ ਗਿਆ, ਕਿਆ ਇਹ ਸਾਡੀ ਇਮੈਜੀਨੇਸ਼ਨ ਹੈ? ਆਪਾਂ ਡਿਨਾਈਲ 'ਚ ਰਹਿ ਸਕਦੇ ਹਾਂ। ਡਿਨਾਈਲ ਜਿਹੜਾ ਤੁਹਾਨੂੰ ਕਿਸੇ ਪਾਸੇ ਨਹੀਂ ਲਾਉਂਦਾ। ਸਾਨੂੰ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ, ਕੇਅਰ ਕਰਨੀ ਚਾਹੀਦੀ ਹੈ। ਸਰੀਰ ਸਾਡਾ ਹੈ, ਰੱਬ ਨੇ ਇੱਕ ਵਾਰੀ ਸਰੀਰ ਦੇਣਾ ਤੁਹਾਨੂੰ, ਬਾਰ-ਬਾਰ ਨਹੀਂ ਦੇਣਾ ਉਹਨੇ ਸਾਨੂੰ। ਸੋ ਜੋ ਤੁਸੀਂ ਆਪਣੀ ਪ੍ਰੋਟੈਕਸ਼ਨ ਕਰ ਸਕਦੇ ਹੋ ਉਹ ਸਾਨੂੰ ਕਰਨੀ ਚਾਹੀਦੀ ਹੈ। ਕਹਿਣ ਦਾ ਮਤਲਬ ਕਿ ਬਿਮਾਰੀ ਤਾਂ ਹੈ, ਬਟ ਫਿਰ ਵੀ ਅਸੀਂ ਇਸ ਚੀਜ਼ 'ਚ ਅਗਰ ਰਹੀਏ ਕਿ ਹੈ ਜਾਂ ਨਹੀਂ ਹੈ, ਅਤੇ ਇਸ ਚੀਜ਼ 'ਚ ਆਪਣੀ ਜਾਨ ਵੀ ਗਵਾ ਸਕਦੇ ਹਾਂ, ਅਤੇ ਸਾਨੂੰ ਆਪਣੇ ਅਹਤਿਆਤ ਵਰਤਣਾ ਚਾਹੀਦਾ ਹੈ। ਡਾਕਟਰ ਸਾਹਿਬ, ਇਹਦੇ ਜਿਹੜੀ ਵੈਕਸੀਨ ਹੈ ਇਹ ਕੋਈ ਇਹਨਾਂ ਦੇ ਕੋਈ ਸਿਸਟਮ ਹੈ ਵੀ ਪਹਿਲਾਂ ਇਹ ਡੋਜ਼ ਹੋਰ ਦੇਣੀ ਆ, ਫਿਰ ਉਸ ਤੋਂ ਬਾਅਦ ਇੱਕ ਹੋਰ ਡੋਜ਼ ਦੇਣੀ ਆ, ਉਹਦਾ ਕਿੰਨਾ ਕੁ ਗੈਪ ਰਹੇਗਾ? ਹੁਣ ਤੁਹਾਨੂੰ ਜਿਹੜੀ ਸੈਕਿੰਡ ਡੋਜ਼ ਲੱਗਣੀ ਆ ਉਹ ਕਦੋਂ ਲੱਗਣੀ ਆ, ਅਤੇ ਉਹਦਾ ਕੀ ਮਤਲਬ ਆ ਕਿ ਫਸਟ ਡੋਜ਼ ਦਾ ਅਤੇ ਸੈਕਿੰਡ ਡੋਜ਼ ਦਾ ਕੀ ਰੋਲ ਹੈ? ਜੀ, ਇਹ ਬਿਲਕੁਲ ਅਜੇ ਅਗੇਨ ਇੱਕ ਡਿਵੈਲਪ ਹੋ ਰਿਹਾ ਇੱਕ ਸਿਨੈਰੀਓ ਹੈਗਾ, ਬਟ ਪ੍ਰੈਜ਼ੈਂਟਲੀ ਜਿਹੜਾ ਕੋਵਿਡ ਦਾ ਸਿਨੈਰੀਓ ਹੈ ਉਹ 1 ਮੰਥ ਦੇ ਬਾਅਦ ਹੈ। ਜੋ ਨਾਰਮਲ ਕੰਪਨੀਜ਼ ਰਿਕਮੈਂਡ ਕਰਦੀਆਂ ਸੀ ਇਨੀਸ਼ੀਅਲੀ, ਉਹ 2 ਮੰਥਸ ਦਾ ਫੇਜ਼ ਸੀਗਾ। ਫਸਟ ਡੋਜ਼ ਤੋਂ ਲੈ ਕੇ ਤੁਸੀਂ 8 ਵੀਕਸ ਤੋਂ ਬਾਅਦ ਦੂਜੀ ਡੋਜ਼ ਲੈਣੀ ਹੈ। ਲੇਕਿਨ ਗਵਰਨਮੈਂਟ ਆਫ ਇੰਡੀਆ ਨੇ ਫਰੋਮ ਰਿਕਮੈਂਡੇਸ਼ਨ ਫਰੋਮ ICMR ਉਹਨਾਂ ਨੇ 4 ਵੀਕਸ ਦਾ ਪੀਰੀਅਡ ਲਿਆ ਹੈ। ਲੋਕਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ। ਜਿਹੜਾ ਸਵਾਲ ਥੋੜ੍ਹਾ ਨੈਕਸਟ ਮੇ ਬੀ ਆਉਣਾ ਸੀਗਾ, ਜਦੋਂ ਤੁਹਾਨੂੰ ਵੈਕਸੀਨ ਲੱਗ ਜਾਂਦੀ ਹੈ ਕਿਆ ਤੁਸੀਂ ਪ੍ਰੋਟੈਕਟਡ ਹੋ, ਕਿਆ ਤੁਸੀਂ ਬਾਕੀ ਦੀ ਆਪਣੀ ਸੇਫਟੀ ਪ੍ਰੀਕਾਸ਼ਨ ਛੱਡ ਦੇਣੀਆਂ? ਐਬਸੋਲੂਟਲੀ ਨੋ। ਵੈਕਸੀਨ ਲੱਗਣ ਤੋਂ ਬਾਅਦ ਤੁਹਾਡੀ ਐਂਟੀਬੋਡੀਜ਼ ਡਿਵੈਲਪ ਹੋਣ ਤੱਕ ਤੁਹਾਡਾ ਇੱਕ ਵਿੰਡੋ ਪੀਰੀਅਡ ਹੁੰਦਾ ਹੈ। ਉਹ ਵਿੰਡੋ ਪੀਰੀਅਡ ਜਦੋਂ ਤੁਸੀਂ ਸੈਕਿੰਡ ਵੈਕਸੀਨ 4 ਵੀਕਸ ਤੋਂ ਬਾਅਦ ਲੈ ਰਹੇ ਹੈ ਤਾਂ 1 ਮਹੀਨੇ ਦਾ ਵਿੰਡੋ ਪੀਰੀਅਡ ਆਲਰੇਡੀ ਹੈਗਾ। ਜੇ ਤੁਸੀਂ ਮੈਂ ਅੱਜ ਵੈਕਸੀਨ ਲਗਵਾ ਕੇ ਮੈਂ ਆਪਣੇ ਨੂੰ ਬਿਲਕੁਲ ਫ੍ਰੀ ਛੱਡ ਦਿਆਂ ਔਰ ਮੈਂ ਕੋਈ ਹਾਈਜੀਨ ਮੈਂ ਕਰਾਂ ਔਰ ਮੈਂ ਲੋਕਾਂ ਦੇ ਵਿੱਚ ਉੱਦਾਂ ਹੀ ਮਾਸਕ ਤੋਂ ਬਿਨਾਂ ਵਿਚਰਨਾ ਸ਼ੁਰੂ ਕਰ ਦਿਆਂ ਤਾਂ ਓਬਵੀਅਸਲੀ ਆਈ ਵਿਲ ਬੀ ਇਨ ਟਰਬਲ। ਸੈਕਿੰਡ ਡੋਜ਼ ਲੱਗਣ ਤੋਂ ਬਾਅਦ ਵੀ ਤੁਹਾਡਾ ਅੱਗੇ ਅਗੇਨ ਵਿੰਡੋ ਪੀਰੀਅਡ ਹੈਗਾ, ਔਰ ਇਹਦੀ ਵੈਕਸੀਨ ਦੀ ਜਿਹੜੀ ਟੋਟਲ ਇਫੈਕਟੀਵਿਟੀ ਹੈ ਇਟ ਇਜ਼ ਨਾਓ
ਅਜ਼ਿਊਮਡ ਕਿ 1 ਸਾਲ ਤੱਕ ਤੁਹਾਨੂੰ ਇਹ ਵੈਕਸੀਨ ਪ੍ਰੋਟੈਕਟ ਕਰੇਗੀ ਔਰ ਉਸ ਤੋਂ ਬਾਅਦ ਇਹਦੇ ਬੂਸਟਰਸ ਸ਼ਾਇਦ ਲੈਣੇ ਪੈਣਗੇ। ਇਹ ਅਜੇ ICMR ਨੇ ਕਲੀਅਰ ਨਹੀਂ ਕੀਤਾ, ਲੇਕਿਨ ਵਿਦ ਟਾਈਮ ਵਿਦ ਡਿਵੈਲਪਮੈਂਟ ਹੁੰਦਾ ਕੀ ਹੈ, ਜਦੋਂ ਤੁਸੀਂ ਵੈਕਸੀਨ ਲਗਾਉਂਦੇ ਆ, ਹੁਣ ਮੇਰੀ ਬੋਡੀ 'ਚ ਵੈਕਸੀਨ ਗਈ ਹੈ, ਮੈਨੂੰ ਕੁਝ ਹਫ਼ਤਿਆਂ ਜਾਂ ਮਹੀਨਿਆਂ ਬਾਅਦ ਮੇਰੀ ਬੋਡੀ ਤੋਂ ਚੈੱਕ ਕਰਨ ਵਾਸਤੇ ਕਿ ਕਿਆ ਵਾਕਈ ਮੈਂ ਪ੍ਰੋਟੈਕਟਡ ਹੈ ਕਿ ਨਹੀਂ ਹੈ, ਮੇਰਾ ਬਲੱਡ ਸੈਂਪਲ ਲਿਆ ਜਾਏਗਾ। ਉਸ ਬਲੱਡ ਸੈਂਪਲ ਦੇ ਵਿੱਚ ਜਿਹੜੀ ਐਂਟੀਬਾਡੀਜ਼ ਅਸੀਂ ਗੱਲ ਕੀਤੀ ਸੀ, ਐਂਟੀਬਾਡੀ ਜਿਹੜੀ ਸਾਡੀ ਢਾਲ ਹੈਗੀ ਹੈ, ਉਹ ਚੈੱਕ ਕੀਤੀਆਂ ਜਾਣਗੀਆਂ। ਕਿਆ ਮੇਰੀ ਬੋਡੀ ਉਹ ਐਂਟੀਬਾਡੀਜ਼ ਇਸ ਵੈਕਸੀਨ ਨੂੰ ਬਣਾ ਰਹੀ ਕਿ ਨਹੀਂ ਬਣਾ ਰਹੀ। ਮੈਂ ਤਾਂ ਹੀ ਕਿਹਾ ਸੀ ਤੁਸੀਂ ਇਹਦੀ ਐਫੀਕੇਸੀ ਪੁੱਛੋ, ਸਵਾਲ ਐਫੀਕੇਸੀ 'ਤੇ ਹੋਣਾ ਚਾਹੀਦਾ ਹੈ। ਇਹਦੀ ਸੇਫਟੀ ਦੇ ਉੱਪਰ ਸਵਾਲ ਬਿਲਕੁਲ ਨਜਾਇਜ਼ ਹੈ। ਸੇਫ ਹੈ ਵੈਕਸੀਨ, ਇਸ 'ਚ ਕੋਈ ਦੋ ਰਾਏ ਨਹੀਂ ਹੈ, ਲੇਕਿਨ ਐਫੀਕੇਸੀ ਪੁੱਛੋ। ਐਫੀਕੇਸੀ ਮੈਨੂੰ ਮੇਰੀ ਵੀ ਜਿਹੜੀ ਆਪਣੀ ਵੈਕਸੀਨ ਲੱਗੀ ਹੈ, ਇਹਦੀ ਐਫੀਕੇਸੀ ਮੈਨੂੰ ਕੁਝ ਮਹੀਨਿਆਂ ਬਾਅਦ ਪਤਾ ਲੱਗੇਗੀ, ਜਦੋਂ ਮੇਰਾ ਐਂਟੀਬਾਡੀ ਟਾਈਟਰ ਹੋਏਗਾ। ਐਂਟੀਬਾਡੀਜ਼ ਮੀਨ ਮੇਰਾ ਢਾਲ, ਕਿਆ ਮੇਰਾ ਢਾਲ ਜਿਹੜਾ ਉਹ ਐਡਾ ਕੁ ਢਾਲ ਬਣਿਆ ਕਿ ਕਿਆ ਪੂਰੀ ਬੋਡੀ ਦਾ ਆਰਮਰ ਬਣ ਗਿਆ। ਉਹ ਆਰਮਰ ਇਫੈਕਟਿਵ ਕੁਆਂਟਮ ਆਫ ਐਂਟੀਬਾਡੀਜ਼ ਦੇ ਨਾਲ ਮੈਨੂੰ ਉਹ ਪਤਾ ਲੱਗੇਗਾ। ਇਹ ਵੀ ਹੋ ਸਕਦਾ ਡਾਕਟਰ ਸਾਹਿਬ ਕਿ ਕਿਸੇ ਪਰਸਨ ਦੇ ਐਂਟੀਬਾਡੀ ਵੈਕਸੀਨ ਲੈਣ ਤੋਂ ਬਾਅਦ ਥੋੜਾ ਘੱਟ ਬਣਨ, ਕਿਸੇ ਦੇ ਜ਼ਿਆਦਾ ਬਣਨ, ਔਰ ਜਿਹਦੇ ਘੱਟ ਬਣ ਰਹੀ ਉਹਨੂੰ ਥੋੜੀ ਜਲਦੀ ਬੂਸਟਰ ਦੀ ਲੋੜ ਪਵੇ। ਜੀ ਬਿਲਕੁਲ ਠੀਕ ਗੱਲ ਹੈ। ਨੋਰਮਲੀ ਜਦੋਂ ਤੁਸੀਂ ਰਿਕਮੈਂਡੇਸ਼ਨਸ ਬਣਾਉਂਦੇ ਹੋ, ਇਹ ਸਾਰੀਆਂ ਚੀਜ਼ਾਂ ਮੱਦੇਨਜ਼ਰ ਰੱਖ ਕੇ ਬਣਾਈਆਂ ਜਾਂਦੀਆਂ ਨੇ। ਹੋ ਸਕਦਾ ਕਿ ਕਿਸੇ ਨੂੰ ਤੁਸੀਂ 2 ਡੋਜ਼ਸ ਦੇਣ ਤੋਂ ਬਾਅਦ ਐਂਟੀਬਾਡੀ ਟਾਈਟਰ ਨਾ ਬਣੇ, ਸੋ ਮੈਨੀ ਫੈਕਟਰਸ। ਕੋਈ ਬੰਦਾ ਵੈਸੇ ਹੀ ਇਮਿਊਨੋ ਡੈਫੀਸ਼ੀਐਂਟ ਹੋ ਸਕਦਾ, ਜਿੱਦਾਂ HIV ਵਾਇਰਸ ਹੈਗੀ ਹੈ, ਜਾਂ ਕੋਈ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀ ਸਾਡੀ ਇਮਿਊਨਿਟੀ ਨੂੰ ਵੀਕ ਕਰਦੀਆਂ ਨੇ। HIV ਸਭ ਤੋਂ ਪ੍ਰੋਮੀਨੈਂਟ ਹੈਗੀ ਹੈ। ਅਗਰ ਤੁਸੀਂ ਉਹਨਾਂ ਨੂੰ ਵੈਕਸੀਨ ਲਗਾਓਗੇ ਤਾਂ ਆਲਰੇਡੀ ਉਹਨਾਂ ਦੀ ਇਮਿਊਨਿਟੀ ਡਾਊਨ ਹੈ, ਉਹ ਐਂਟੀਬਾਡੀਜ਼ ਕਿੰਨੀਆਂ ਕੁ ਬਣਾ ਪਾਉਂਦੇ ਨੇ, ਓਬਵੀਅਸਲੀ ਉਹ ਵੀਕ ਰਹਿਣਗੇ। ਉਹਨਾਂ ਨੂੰ ਬੂਸਟਰਸ ਵੀ ਸ਼ਾਇਦ ਆਈ ਡੋਂਟ ਨੋ, ਉਹਨਾਂ ਨੂੰ ਵੈਕਸੀਨ ਸ਼ਾਇਦ ਰਿਕਮੈਂਡ ਹੀ ਨਹੀਂ ਕਰੇਗਾ ਕੋਈ ਵੀ। ਅਤੇ ਉਹ ਇੱਕ ਬੋਡੀ ਪਲੱਸ ਤੁਹਾਡੀ ਬਿਮਾਰੀ ਜਿਹੜੀ ਤੁਸੀਂ ਕੋਈ ਬੰਦਾ ਨੋਰਮਲੀ ਵੀ ਤਾਂ ਕੋਈ ਹਾਈਪਰਟੈਂਸਿਵ ਹੈ, ਕਿਸੇ ਨੂੰ ਹਾਰਟ ਦੀ ਬਿਮਾਰੀ ਹੈ, ਕੋਈ ਡਾਇਬਟਿਕ ਹੈ, ਉਹ ਬਿਮਾਰੀਆਂ ਦੇ ਨਾਲ ਤੁਹਾਡੀ ਜਿਹੜੀ ਵੀ ਵੈਕਸੀਨ ਦੀ ਇਫੈਕਟੀਵਿਟੀ ਹੈ ਉਹ ਘੱਟ ਹੁੰਦੀ ਹੈ। ਅਗਰ ਉਹ ਬੂਸਟਰਸ ਦੇ ਨਾਲ ਵਧਾਈ ਜਾ ਸਕਦੀ ਹੈ ਕਿ ਨਹੀਂ, ਇਹ ਆਉਂਦੇ ਵਾਲਾ ਸਮਾਂ ਦੱਸੇਗਾ। ਇਸ ਵੇਲੇ ਇਹਦੇ ਬਾਰੇ ਕੋਈ ਵੀ ਕਮੈਂਟ ਕਰਨਾ ਜਾਂ ਟਿੱਪਣੀ ਕਰਨੀ ਜਾਇਜ਼ ਨਹੀਂ ਹੋਏਗੀ। ਡਾਕਟਰ ਸਾਹਿਬ, ਅੱਜ ਦੀ ਡੇਟ 'ਚ ਲੋਕ ਅਖਬਾਰਾਂ 'ਚ ਪੜ੍ਹ ਰਹੇ ਆ ਕਿ ਜਿਹੜਾ ਇੱਕ ਟਾਰਗੇਟ ਆ ਵੈਕਸੀਨ ਦਾ, ਉਹ ਹਜੇ ਤੱਕ 100% ਅਚੀਵ ਨਹੀਂ ਕਰ ਪਾ ਰਿਹਾ ਡਿਪਾਰਟਮੈਂਟ। 50% 40% ਦੀ ਐਵਰੇਜ ਜਿਹੜੀਆਂ ਆ ਰਹੀਆਂ ਨੇ ਸਾਹਮਣੇ, ਉਹਦੇ ਪਿੱਛੇ ਕੀ ਕਾਰਨ ਹੈ? ਉਹ ਸੇਮ ਫੀਅਰ ਫੋਬੀਆ ਦਾ ਹੈ। ਕੁਛ ਮੈਂ ਅਗੇਨ ਗੱਲ ਘੁੰਮ ਫਿਰ ਕੇ ਉੱਥੇ ਸਿਆਸਤ 'ਤੇ ਆ ਜਾਂਦੀ ਹੈ। ਹੋ ਸਕਦਾ ਕੁਛ ਸਿਆਸਤ ਵਿੱਚ ਪਲੇ ਕਰ ਰਹੀ ਹੋਵੇ, ਜਾਂ ਕੁਛ ਫੀਅਰ ਫੋਬੀਆ ਕੁਛ ਹੱਦ ਤੱਕ ਜੈਨੂਇਨ ਵੀ ਨੇ। ਮੈਂ ਜਿੱਦਾਂ ਤੁਹਾਨੂੰ ਸ਼ੁਰੂ 'ਚ ਕਿਹਾ ਸੀ ਕਿ ਬਿਮਾਰੀ ਐਸੀ ਹੈ ਕਿ ਉਹ ਤੁਹਾਡੇ ਦਿਲ 'ਚ ਇੱਕ ਦਹਿਸ਼ਤ ਫੈਲ ਚੁੱਕੀ ਹੈ। ਅਸੀਂ ਉਹ ਜ਼ਿੰਦਗੀ ਦਾ ਰੂਪ ਦੇਖਿਆ ਹੀ ਨਹੀਂ ਕਦੀ ਵੀ ਅਸੀਂ ਨਾ, ਔਰ ਮੈਨੂੰ ਨਹੀਂ ਉਮੀਦ ਕਿ ਅਸੀਂ ਅਗਲੇ ਆਉਂਦੇ ਸਾਲਾਂ ਵਿੱਚ ਇਹੋ ਜਿਹਾ ਕੋਈ ਰੂਪ ਦੇਖਾਂਗੇ ਜ਼ਿੰਦਗੀ ਦਾ। ਇੱਕ ਦਹਿਸ਼ਤ ਹੈ ਮਨ ਦੇ ਵਿੱਚ। ਯੂ ਆਰ ਰਾਈਟ ਕਿ ਜਿਹੜੀ ਵੈਕਸੀਨ ਦੀ ਐਕਸੈਪਟੇਬਿਲਿਟੀ ਹੈ ਉਹ ਇਸ ਵੇਲੇ ਬਹੁਤ ਲੋ ਹੈ, ਸਪੈਸ਼ਲੀ ਇਨ ਨਾਰਦਰਨ ਸਟੇਟਸ। ਆਉਂਦੇ ਟਾਈਮ ਦੇ ਵਿੱਚ ਇਹਦੀ ਐਕਸੈਪਟੇਬਿਲਿਟੀ ਵਧੇਗੀ। ਦੇਖੋ, ਮੈਂ ਓਨੈਸਟਲੀ ਤੁਹਾਡੇ ਦਰਸ਼ਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਈਵਨ ਹਸਪੀਟਲ ਦੇ ਵਿੱਚ, ਸਰਕਾਰੀ 'ਚ ਪਲੱਸ ਪ੍ਰਾਈਵੇਟ ਹਸਪੀਟਲਸ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ, ਇਹਨਾਂ ਸਭ ਵਿੱਚ ਬਹੁਤ ਹੈਜ਼ੀਟੈਂਸੀ ਸੀ ਜਦੋਂ ਵੈਕਸੀਨ ਇੰਟਰੋਡਿਊਸ ਹੋਈ ਸੀ, ਔਰ ਲੋਕ ਉਹਦੇ ਵਾਸਤੇ ਐਪਰੀਹੈਂਸ਼ਨਸ ਜ਼ਾਹਿਰ ਕਰਦੇ ਸੀ ਸੋਸ਼ਲ ਮੀਡੀਆ ਦੇ ਉੱਪਰ ਵੀ, ਔਰ ਇੱਕ ਨੋਰਮਲ ਡਿਸਕਸ਼ਨਸ ਦੇ ਵਿੱਚ ਵੀ। ਪਰ ਅਗਰ ਤੁਸੀਂ ਅੱਜ ਦੀ ਤਰੀਕ 'ਚ ਦੇਖੋਗੇ ਜਾਂ ਤੁਸੀਂ ਕੱਲ੍ਹ ਦੇ ਪੇਪਰਸ ਦੇਖੋਗੇ, ਤਾਂ ਪ੍ਰਾਈਵੇਟ ਹਸਪੀਟਲਸ ਦੇ ਆਲਮੋਸਟ ਸਾਰੇ ਡਾਕਟਰਸ ਵੈਕਸੀਨੇਟ ਹੋ ਚੁੱਕੇ ਨੇ, ਔਰ ਸਾਡੇ ਗਵਰਨਮੈਂਟ ਹਸਪੀਟਲ ਦੇ ਵੀ ਆਲਮੋਸਟ 70 to 80% ਡਾਕਟਰਸ ਵੈਕਸੀਨੇਟ ਹੋ ਚੁੱਕੇ ਨੇ, ਵਿਚ ਮੀਨਸ ਦੀ ਐਕਸੈਪਟੇਬਿਲਿਟੀ ਈਵਨ ਦੋ ਇਟ ਇਜ਼ ਸਲੋ, ਬਟ ਇਹ ਹੌਲੀ ਹੌਲੀ ਵਧੇਗੀ। ਔਰ ਲੋਕਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ, ਮੈਂ ਦੁਬਾਰਾ ਕਹਿ ਰਿਹਾ ਕਿ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਵੈਕਸੀਨ ਸਰਕਾਰ ਫ੍ਰੀ ਚਲਾ ਰਹੀ ਹੈ, ਠੀਕ ਹੈ। ਹੁਣ ਅਸੀਂ ਕਿਉਂਕਿ ਮੁਫਤ ਦੀ ਚੀਜ਼ ਦੀ ਕਈ ਵਾਰੀ ਵੈਲਿਊ ਨਹੀਂ ਪੈਂਦੀ, ਆਉਂਦੇ ਟਾਈਮ ਦੇ ਵਿੱਚ ਅਸੀਂ ਇਹੀ ਇੱਕ ਵੈਕਸੀਨ 800 ਤੋਂ 900 ਰੁਪਏ ਤੁਹਾਨੂੰ ਮਿਲੇਗੀ, ਔਰ 2 ਵੈਕਸੀਨੇਸ਼ਨ ਕੋਰਸ ਤੁਹਾਡਾ 2000 ਰੁਪਏ ਵਿੱਚ ਹੋਏਗਾ। ਇਸ ਚੀਜ਼ ਨੂੰ ਮੱਦੇਨਜ਼ਰ ਜ਼ਰੂਰ ਰੱਖਣਾ ਹੈ। ਮੈਂ ਇਹੋ ਤੁਹਾਡੇ ਕੋਲ ਪੁੱਛਣਾ ਸੀ ਕਿ ਇਹਦੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਸਟ ਹੋ ਸਕਦੀ ਹੈ, ਤੁਸੀਂ ਉਹਦਾ ਪਹਿਲਾਂ ਹੀ ਜਵਾਬ ਦੇ ਦਿੱਤਾ। ਅਤੇ ਕੀ ਇਹ ਜਿਹੜੀ ਹੁਣ ਇਹ ਫ੍ਰੀ ਦੇ ਵਿੱਚ ਲੱਗ ਰਹੀ ਹੈ, ਇਹ ਸਿਰਫ ਜਿਹੜੀ ਮੈਡੀਕਲ ਸਟਾਫ ਹੈ ਜਾਂ ਡਾਕਟਰਸ ਨੇ ਉਹਨਾਂ ਲਈ ਅਵੇਲੇਬਲ ਹੈ, ਜਾਂ ਆਮ ਬੰਦਾ ਕੋਈ ਚਾਹੇ ਤਾਂ ਲਗਵਾ ਸਕਦਾ ਹੈ? ਦੇਖੋ, ਅਜੇ ਐਜ਼ ਪਰ ਪ੍ਰੋਗਰਾਮ ਜਿਹੜਾ ਜੋ ਸ਼ਡਿਊਲ ਬਣਿਆ ਹੈ ICMR ਵੱਲੋਂ ਜਾਂ ਸੈਂਟਰਲ ਗਵਰਨਮੈਂਟ ਵੱਲੋਂ, ਵੈਕਸੀਨੇਸ਼ਨ ਜਿਹੜੀ ਹੈ ਉਹ ਅਜੇ ਤੱਕ ਇਹਦੇ ਇਰੈਡੀਕੇਸ਼ਨ ਪ੍ਰੋਗਰਾਮ ਜਾਂ ਕੰਟਰੋਲ ਪ੍ਰੋਗਰਾਮ ਦੇ ਵਿੱਚ ਨਹੀਂ ਆਈ ਹੈ। ਇਹ ਅਜੇ ਹਰਡ ਇਮਿਊਨਿਟੀ ਡਿਵੈਲਪ ਕਰਨ ਵਾਸਤੇ ਇੱਕ ਪਹਿਲੇ ਹੈਲਥ ਕੇਅਰ ਵਰਕਰਸ ਨੂੰ ਦਿੱਤੀ ਜਾਏਗੀ ਵੈਕਸੀਨ। ਉਹ ਇਸ ਕਰਕੇ ਸ਼ਾਇਦ ਲੋਕਾਂ ਨੂੰ ਇਹ ਵੀ ਦੱਸ ਦਈਏ ਕਿ ਹੈਲਥ ਕੇਅਰ ਵਰਕਰਸ ਨੂੰ ਇਸ ਕਰਕੇ ਵੈਕਸੀਨ ਦਿੱਤੀ ਜਾਂਦੀ ਹੈ ਬਿਕਾਜ਼ ਅਸੀਂ ਵੈਲ ਪ੍ਰੋਟੈਕਟਡ ਹੈ, ਅਸੀਂ ਹਸਪੀਟਲ ਦੇ ਵਿੱਚ ਵਿਚਰਦੇ ਹਾਂ, ਸਾਨੂੰ ਕੋਈ ਮੁਸ਼ਕਿਲ ਹੋਏਗੀ ਤਾਂ ਅਸੀਂ ਜਲਦੀ ਉਸ ਨੂੰ ਅਟੈਂਡ ਕਰ ਸਕਦੇ ਹਾਂ, ਬਜਾਏ ਕਿ ਬਾਕੀ ਦੀ ਜਿਹੜੀ ਆਮ ਜਨਤਾ ਹੈ। ਨੈਕਸਟ ਜਿਹੜਾ ਫੇਜ਼ ਹੈ ਉਹ ਮੇਰੇ ਹਿਸਾਬ ਨਾਲ ਪੁਲਿਸ, ਪੈਰਾਮਿਲਟਰੀ ਫੋਰਸਿਸ ਅਤੇ ਆਰਮੀ ਦੇ ਲੋਕ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਆਏਗੀ, ਬਿਕਾਜ਼ ਉਹ ਫਿਜ਼ੀਕਲੀ ਫਿੱਟ ਹੁੰਦੇ ਨੇ।
ਸੋ ਇਹ ਜਦੋਂ ਇਹ 2 ਫੇਜ਼ ਓਵਰ ਹੋ ਜਾਣਗੇ, ਫਿਰ ਇਹ 3rd ਫੇਜ਼ ਦੇ ਵਿੱਚ ਆਮ ਜਨਤਾ ਵਾਸਤੇ available ਡਾਕਟਰ ਸਾਹਿਬ ਇੱਕ ਹੋਰ ਚੀਜ਼ ਹੈ, ਜਿਸ ਤਰ੍ਹਾਂ ਕਿ ਸਰਕਾਰ ਹੌਲੀ ਹੌਲੀ ਸਕੂਲ ਖੋਲ੍ਹਦੇ ਜਾ ਰਹੀ ਹੈ, ਹੁਣ 4th ਕਲਾਸ ਤੱਕ ਵੀ ਸਟੂਡੈਂਟ ਜਾ ਰਹੇ ਨੇ, ਜਾ ਰਹੇ ਨੇ, ਅਤੇ ਉਹਨਾਂ ਦੇ ਜਿਹੜੇ ਟੀਚਰ ਨੇ, ਚਾਹੇ ਉਹ ਪ੍ਰਾਈਵੇਟ ਸਕੂਲ ਨੇ, ਸਰਕਾਰੀ ਸਕੂਲ ਨੇ, ਉੱਥੋਂ ਦੇ ਜਿਹੜੇ ਪ੍ਰਿੰਸੀਪਲ ਟੀਚਰ ਜਿਨ੍ਹਾਂ ਨੇ ਬੱਚਿਆਂ ਨਾਲ ਉਹਨਾਂ ਨੂੰ ਪੜ੍ਹਾਉਣਾ ਹੈ, ਉਹਨਾਂ ਨੂੰ ਵੀ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਜ਼ਰੂਰਤ ਹੈ, ਮਤਲਬ ਕਿ ਅਗਰ ਅਸੀਂ ਗੱਲ ਕਰੀਏ ਦੂਸਰੇ ਡਿਪਾਰਟਮੈਂਟਸ ਦੀ, ਅਤੇ ਕੋਈ ਹੋਪ ਨਜ਼ਰ ਆਉਂਦੀ ਤੁਹਾਨੂੰ ਕਿ ਇਹ ਟੀਚਰਸ ਨੂੰ ਪਹਿਲਾਂ ਕਵਰ ਕੀਤਾ ਜਾਏਗਾ? ਬਿਲਕੁਲ ਜਾਇਜ਼ ਕੁਐਸਚਨ ਹੈ ਇਹ ਬਿਲਕੁਲ ਜਾਇਜ਼ ਹੈ। ਸਕੂਲ ਖੋਲ੍ਹਣ ਦੀ ਜਦੋਂ ਇਹਨਾਂ ਨੇ ਤਜਵੀਜ਼ ਦਿੱਤੀ ਸੀ ਸਰਕਾਰ ਨੇ, ਉਹਦੇ ਪਿੱਛੇ ਸ਼ਾਇਦ ਮਨਸ਼ਾ ਇਹੀ ਸੀ ਕਿ ਕਿਤੇ ਨਾ ਕਿਤੇ ਨੋਰਮੈਲਸੀ ਨੂੰ ਵਾਪਸ ਲਿਆਇਆ ਜਾਵੇ। ਮੈਂ ਵੀ ਮੈਡੀਕਲ ਕਾਲਜ 'ਚ ਹੈ, ਮੈਨੂੰ ਵੀ ਲੱਗਦਾ ਸੀ ਕਿ ਜਿਸ ਤਰ੍ਹਾਂ ਹੁਣ ਕੁਝ ਫਾਈਨਲੀ ਦੇ ਸਟੂਡੈਂਟਸ, ਉਹਨਾਂ ਦੇ ਇਸ਼ੂਜ਼ ਆ ਰਹੇ ਸੀਗੇ, ਜਿਨ੍ਹਾਂ ਦੇ ਪੇਪਰ ਸੀਗੇ, ਜਿਹਨਾਂ ਨੇ ਪਾਸ ਆਊਟ ਕਰਨਾ ਸੀ, ਦੇ ਆਰ ਆਲ ਟਾਈਮ ਬਾਊਂਡ। ਅਸੀਂ ਕਿਸੇ ਵੀ ਚੀਜ਼ ਨੂੰ ਇੰਡੈਫੀਨਿਟਲੀ ਪੋਸਟਪੋਨ ਨਹੀਂ ਕਰ ਸਕਦੇ, ਸਮਵੇਅਰ ਡਾਊਨ ਦ ਲਾਈਨ ਤੁਹਾਨੂੰ ਉਸ ਚੀਜ਼ ਨੂੰ ਹੈਡ ਔਨ ਲੈਣਾ ਪੈਂਦਾ। ਸੋ ਅਸੀਂ ਇਸ ਵੇਲੇ ਫੋਰਚੂਨੇਟਲੀ ਸਟੇਜ 'ਚ ਆ ਗਏ ਹਾਂ ਕਿ ਵੈਕਸੀਨ ਸਾਡੇ ਦਰਵਾਜ਼ੇ 'ਤੇ ਹੈ, ਸਾਡੀ ਇਮਿਊਨਿਟੀ ਡਿਵੈਲਪ ਹੋ ਚੁੱਕੀ ਹੈ। ਕੁਛ ਨਾ ਕੁਛ ਲੋਕ, ਕਿਉਂਕਿ ਇਨਫੈਕਟਿਵਿਟੀ ਬਹੁਤ ਜ਼ਿਆਦਾ, 1 ਕਰੋੜ ਤਾਂ ਅਸੀਂ ਗਿਣ ਹੀ ਲਏ ਆ ਲੋਕ, ਪਰ ਇਹਨਾਂ ਵਿੱਚ ਕੁਝ ਕਰੋੜ ਲੋਕ ਐਸੇ ਵੀ ਹੋਣਗੇ ਜਿਨ੍ਹਾਂ ਨੂੰ ਕਦੀ ਸ਼ਾਇਦ ਅਸੀਂ ਟੈਸਟ ਹੀ ਨਹੀਂ ਕੀਤਾ, ਜਾਂ ਉਹਨਾਂ 'ਚ ਆਲਰੇਡੀ ਵਾਇਰਸ ਸੀਗੀ ਔਰ ਇਮਿਊਨਿਟੀ ਡਿਵੈਲਪ ਹੋ ਗਈ ਉਹਨਾਂ ਦੀਆਂ। ਉਹ ਇੱਕ ਐਸਾ ਫੇਜ਼ ਆ ਚੁੱਕਿਆ ਜਿਸ 'ਚ ਤੁਹਾਡੀ ਇਮਿਊਨਿਟੀ ਅੰਦਰੋਂ ਵੀ ਡਿਵੈਲਪ ਹੋ ਰਹੀ ਹੈ, ਇੱਕ ਹਰਡ ਇਮਿਊਨਿਟੀ ਵੀ ਬਣ ਰਹੀ ਹੈ, ਵੈਕਸੀਨ ਅਵੇਲੇਬਲ ਹੈ। ਔਰ ਇਸ ਵੇਲੇ ਤੋਂ ਜ਼ਿਆਦਾ ਅਗਰ ਅਸੀਂ ਇਹਨੂੰ ਇੱਕ ਤਕੜੀ ਲੈ ਕੇ ਬੈਠੇ ਹਾਂ ਜੀ, ਜੇ ਅਸੀਂ ਇਸ ਤੋਂ ਅੱਗੇ ਅਸੀਂ ਲੋਕਡਾਊਨ ਨੂੰ ਕੰਟੀਨਿਊ ਕਰਦੇ ਤੇ ਤੁਹਾਡੀ ਇਕੋਨਮੀ, ਫੈਮਿਲੀਜ਼, ਸਭ ਬਿਜ਼ਨਸ, ਸਭ ਕੁਝ ਬਰਬਾਦ ਹੋ ਜਾਣਾ ਸੀਗਾ। ਹੁਣ ਕਿਤੇ ਨਾ ਕਿਤੇ ਤੁਹਾਨੂੰ ਇੱਕ ਕੈਲਕੂਲੇਟਿਡ ਰਿਸਕ ਲੈਣਾ ਪੈਂਦਾ ਹੈ। ਮੇਰੇ ਖਿਆਲ ਨਾਲ ਸਰਕਾਰ ਨੇ ਕੈਲਕੂਲੇਟਿਡ ਰਿਸਕ ਲਿਆ ਹੈ ਕਿ ਸਕੂਲਸ ਨੂੰ ਖੋਲ੍ਹਿਆ ਜਾਵੇ, ਬਿਜ਼ਨਸਿਸ ਨੂੰ ਦੁਬਾਰਾ ਵਾਪਸ ਪਟਰੀ 'ਤੇ ਲਿਆਇਆ ਜਾਵੇ। ਉਹ ਕੈਲਕੂਲੇਟਿਡ ਰਿਸਕ ਜਿਹੜਾ ਹੈ ਉਹ ਲੈਣਾ ਲਾਈਫ ਦੇ ਵਿੱਚ, ਮੇਰਾ ਖਿਆਲ ਹੈ ਅਸੀਂ ਸਾਰੇ ਦੁਨੀਆ ਦੇ ਵਿੱਚ, ਅਸੀਂ ਖੁਦ ਵੀ ਆਪਣੀ ਲਾਈਫ 'ਚ ਦੇਖਦੇ ਹਾਂ, ਕਿਤੇ ਨਾ ਕਿਤੇ ਤੁਹਾਨੂੰ ਉਹ ਰਿਸਕ ਨਹੀਂ ਲੈਂਦੇ ਅਤੇ ਤੁਸੀਂ ਇੱਕ ਨਾ ਬਹੁਤ ਨੀਵੀਂ ਜਿਹੀ ਲਾਈਫ ਦੇ ਵਿੱਚ ਚੱਲਦੇ ਰਹਿੰਦੇ ਹੋ। ਜਦੋਂ ਕੋਈ ਥੋੜ੍ਹਾ ਜਿਹਾ ਰਿਸਕ ਲਿਓਗੇ, ਤੁਹਾਨੂੰ ਲਾਈਫ ਉੱਪਰ ਚੱਕੇਗੀ। ਅੰਮ੍ਰਿਤਸਰ ਦੇ ਵਿੱਚ ਅਗਰ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਡਾਕਟਰ ਸਾਹਿਬ ਕਿੰਨੀਆਂ ਕੁ ਡੋਜ਼ ਆ ਚੁੱਕੀਆਂ ਨੇ, ਕਿੰਨੇ ਕੁ ਲੋਕ ਲਗਵਾ ਸਕਦੇ ਨੇ, ਕਿ ਜਾਂ ਇਹ ਡੇਲੀ ਜਾਂ ਵੀਕਲੀ ਦੇ ਹਿਸਾਬ ਨਾਲ ਅੱਗੇ ਆਉਂਦੀਆਂ ਰਹਿਣਗੀਆਂ? ਦੇਖੋ, ਮੈਂ ਤੁਹਾਨੂੰ ਇੰਨਾ ਦੱਸ ਦਿੰਦਾ, ਮੇਰੇ ਕੋਲ ਇਸ ਵੇਲੇ ਫੈਕਟਸ ਐਂਡ ਫਿਗਰਸ ਨਹੀਂ ਐਗਜ਼ੈਕਟਲੀ ਕਿੰਨੀਆਂ, ਬਟ ਆਲ ਹੈਲਥ ਕੇਅਰ ਵਰਕਰਸ, ਜਿਹਦੇ ਵਿੱਚ ਡਾਕਟਰਸ, ਸਟਾਫ ਨਰਸਿਸ ਔਰ ਜਿਹੜੇ ਪੈਰਾਮੈਡੀਕਲ ਵਰਕਰਸ ਹੈਗੇ ਨੇ, ਉਹਨਾਂ ਨੂੰ ਇਮਿਊਨਾਈਜ਼ ਕਰਨਾ ਇਹ ਪਹਿਲਾ ਸਾਡਾ ਟੀਚਾ ਸੀਗਾ ਸਰਕਾਰ ਦਾ। ਮੇਰੇ ਹਿਸਾਬ ਨਾਲ ਜਿਨ੍ਹਾਂ ਨੇ ਵਲੰਟੀਅਰ ਕੀਤਾ ਉਹ ਤੇ ਸਾਰੇ ਕਵਰ ਹੋ ਚੁੱਕੇ ਨੇ। ਆਪਾਂ ਨੂੰ ਨੰਬਰਸ ਦੇਣਾ ਇਸ ਲਈ ਪੋਸੀਬਲ ਨਹੀਂ ਹੈ, ਬਿਕਾਜ਼ ਟੋਟਲ ਨੰਬਰ ਜਿਹੜਾ ਉਹ ਸਿਵਲ ਸਰਜਨ ਆਫਿਸ ਦੇ ਵਿੱਚ ਹੋਏਗਾ। ਕੀ ਇਹਨਾਂ ਦੀ ਕੋਈ ਸਰਵੇ ਜਾਂ ਕੋਈ ਡਾਟਾ ਸਰਕਾਰ ਨੇ ਕਲੈਕਟ ਕੀਤਾ ਸੀ ਤੁਹਾਡੇ ਹਿਸਾਬ ਨਾਲ, ਕਿ ਕਿੰਨੇ ਕੁ ਪਰਸਨ ਇੱਥੇ ਇਹਨਾਂ ਡਿਪਾਰਟਮੈਂਟ 'ਚ ਕੰਮ ਕਰ ਰਹੇ ਨੇ? ਮੈਂ ਫਿਰ ਤੁਹਾਨੂੰ ਦੁਬਾਰਾ ਦੱਸ ਦੇਣਾ, ਜਦੋਂ ਅਸੀਂ ਵੈਕਸੀਨੇਟ ਕਰਵਾਉਣ ਜਾਂਦੇ ਹਾਂ, ਮੇਰਾ ਪ੍ਰੋਪਰ ਰਿਕਾਰਡ ਉੱਥੇ ਕੰਪਿਊਟਰ ਦੇ ਉੱਪਰ ਚੈੱਕ ਹੁੰਦਾ। ਮੇਰਾ ID ਕਾਰਡ ਲਿਆ ਸੀ ਉਹਨਾਂ ਨੇ ਆਧਾਰ ਕਾਰਡ ਦਾ ਨੰਬਰ ਵੀ ਲਿਆ ਸੀ, ਐਂਡ ਇਹ ਸਾਰੀ ਮੇਰੇ ਹਿਸਾਬ ਨਾਲ ਸੈਂਟਰਲ ਰਜਿਸਟਰੀ ਹੈ। ਮੈਨੂੰ ਇੱਕ ਸੈਂਟਰਲ ਤੋਂ ਫੋਨ ਵੀ ਆਇਆ ਸੀਗਾ, ਉਹਨਾਂ ਨੇ ਮੇਰੀ ਵੈਲਬੀਂਗ ਬਾਰੇ ਵੀ ਪੁੱਛਿਆ ਸੀਗਾ, ਔਰ ਮੈਨੂੰ ਮੈਸੇਜ ਵੀ ਆਇਆ ਸੀਗਾ ਕਿ ਦੈਟ ਯੂ ਹੈਵ ਬੀਨ ਵੈਕਸੀਨੇਟਡ, ਯੂ ਆਰ ਨਾਓ ਪ੍ਰੋਟੈਕਟਡ। ਸਾਰੇ ਮੇਰੇ ਕੋਲ ਡਿਟੇਲ ਲਈ ਸੀ, ਪ੍ਰੈਸ 1 ਜੇ ਤੁਸੀਂ ਠੀਕ ਹੋ, ਪ੍ਰੈਸ 2 ਜੇ ਤੁਹਾਨੂੰ ਇਸ ਤਰ੍ਹਾਂ ਦੈਟ ਕਾਈਂਡ ਆਫ ਅ ਕੁਐਸਚਨ ਹੈ ਜਿਹੜਾ ਤੁਸੀਂ ਸਾਰੇ ਜਾਣੋ ਇਸ ਚੀਜ਼ ਤੋਂ। ਸੋ ਸੈਂਟਰਲ ਰਜਿਸਟਰੀ ਡੈਫੀਨਿਟਲੀ ਮੇਨਟੇਨ ਹੋ ਰਹੀ ਹੈ, ਔਰ ਕਿੰਨੀਆਂ ਵੈਕਸੀਨੇਸ਼ਨਸ ਹੋਈਆਂ ਨੇ, ਔਰ ਆਉਂਦੇ ਟਾਈਮ ਦੇ ਵਿੱਚ ਉਹਨਾਂ ਵਿੱਚੋਂ ਕਿੰਨੇ ਲੋਕਾਂ ਨੂੰ ਕੋਈ ਐਡਵਰਸ ਇਫੈਕਟਸ ਆਏ ਨੇ, ਇਹ ਫਿਗਰਸ ਵੀ ਕੁਝ ਸਮੇਂ ਦੇ ਵਿੱਚ ਬਾਹਰ ਆ ਜਾਣਗੀਆਂ। ਹੁਣ ਅਸੀਂ ਗੱਲ ਕਰਦੇ ਹਾਂ ਉਸੇ ਹੀ ਜਿੱਥੋਂ ਸ਼ੁਰੂ ਹੋਈ ਸੀ ਕਿ ਕੀ ਇਹ ਜਿਹੜੀ ਵੈਕਸੀਨ ਹੈ COVID-19 ਦੀ, ਇਹ ਸਾਡੇ ਲਈ ਜ਼ਹਿਰ ਹੈ ਜਾਂ ਵਰਦਾਨ ਹੈ? ਹੁਣ ਮੁੱਕਦੀ ਗੱਲ ਡਾਕਟਰ ਸਾਹਿਬ ਤੁਸੀਂ ਕਰੋ ਕਿ ਇਹ ਵਰਦਾਨ ਹੈ ਕਿ ਜ਼ਹਿਰ ਹੈ? ਮੈਂ ਦੋਨਾਂ ਦੇ ਨਾਲ ਹੀ ਨਹੀਂ ਜਾਵਾਂਗਾ, ਇਹ ਵਰਦਾਨ ਹੀ ਸਾਬਿਤ ਹੋਏਗੀ, ਜ਼ਹਿਰ ਤਾਂ ਡੈਫੀਨਿਟਲੀ ਨਹੀਂ ਹੈ। ਜ਼ਹਿਰ ਤਾਂ ਆਪਾਂ ਉਹਨੂੰ ਕਹਾਂਗੇ ਨਾ ਜੇ ਕੋਈ ਚੀਜ਼ ਤੁਹਾਡੀ ਬੋਡੀ 'ਚ ਜਾਂਦੀ ਹੈ, ਉਹ ਸਰੀਰ ਨੂੰ ਖਤਮ ਕਰ ਦੇ, ਉਹਨੂੰ ਅਸੀਂ ਜ਼ਹਿਰ ਕਹਿੰਦੇ ਹਾਂ ਨਾ। ਦੇਖੋ, ਇਹ ਜ਼ਹਿਰ ਨਹੀਂ ਹੈ। ਇਹਨਾਂ ਨੂੰ ਐਗਜ਼ੈਂਪਲੀਫਾਈ ਕਰ ਦਿੰਦਾ। ਅਸੀਂ ਆਯੁਰਵੇਦਾ, ਐਲੋਪੈਥੀ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਲੋਕ ਕਈ ਵਾਰੀ ਐਲੋਪੈਥੀ ਛੱਡ ਕੇ ਆਯੁਰਵੇਦਾ ਵੱਲ ਜਾਂਦੇ ਆ। ਐਲੋਪੈਥੀ ਇਸ ਲਈ ਛੱਡਦੇ ਆ ਕਿਉਂਕਿ ਐਲੋਪੈਥੀ ਤੁਸੀਂ ਕੋਈ ਮੈਡੀਸਿਨ ਖਾਂਦੇ ਹੋ ਤਾਂ ਸਾਈਡ ਇਫੈਕਟਸ ਆਉਂਦੇ ਆ, ਕਈਆਂ ਲੋਕਾਂ ਨੂੰ ਬਹੁਤ ਸਵੀਅਰ ਰਿਐਕਸ਼ਨਸ ਆਉਂਦੀਆਂ ਨੇ, ਔਰ ਕਈ ਵਾਰੀ ਉਹਨਾਂ ਦੇ ਲਾਈਫ ਥ੍ਰੈਟਨਿੰਗ ਡਿਸਆਰਡਰਸ ਹੋ ਜਾਂਦੇ ਆ। ਆਯੁਰਵੇਦਾ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ ਇਹ ਦਵਾਈ ਖਾ ਲਓ, ਠੀਕ ਕਰੇ ਨਾ ਕਰੇ, ਲੇਕਿਨ ਤੁਹਾਡੀ ਬੋਡੀ ਨੂੰ ਨੁਕਸਾਨ ਨਹੀਂ ਕਰੇਗੀ। ਇਹ ਇੱਕ ਐਟੀਟਿਊਡ ਜਿਹੜਾ ਅਸੀਂ ਬਚਪਨੇ ਤੋਂ ਅਸੀਂ ਵੀ ਵੱਡੇ ਹੋਏ ਹਾਂ ਚੀਜ਼ਾਂ ਸੁਣਦੇ ਆਪਾਂ ਨੂੰ ਉਹ ਚੀਜ਼ ਸਰੀਰ ਦੇ ਅੰਦਰ ਲਿਜਾਣ ਲਈ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ ਜਿਹੜੀ ਤੁਹਾਡੀ ਬੋਡੀ ਦਾ ਨੁਕਸਾਨ ਨਹੀਂ ਕਰਦੀ। ਮੈਂ ਫਿਰ ਦੁਬਾਰਾ ਕਹਿੰਦਾ, ਇਸ ਵੈਕਸੀਨ ਦੀ ਸੇਫਟੀ ਦੇ ਉੱਪਰ ਸਵਾਲ ਨਾ ਪੁੱਛੋ, ਐਫੀਕੇਸੀ ਦੇ ਉੱਪਰ ਪੁੱਛੋ ਕਿ ਮੈਨੂੰ ਅੱਜ ਅਗਰ ਵੈਕਸੀਨ ਲੱਗੀ ਹੈ, ਮੈਨੂੰ ਅੱਜ ਤੋਂ 6 ਮਹੀਨੇ ਤੋਂ ਬਾਅਦ ਐਂਟੀਬੋਡੀਜ਼ ਦਾ ਟਾਈਟਰ ਜਿਹੜਾ ਮੇਰਾ ਢਾਲ ਹੈ ਉਹ ਇੰਨਾ ਕੁ ਮਤਲਬ ਤਗੜਾ ਢਾਲ ਬਣ ਗਿਆ ਮੇਰੀ ਬੋਡੀ ਦੇ ਅੱਗੇ ਕਿ ਇਹ ਮੈਨੂੰ ਨੈਕਸਟ ਕਰੋਨਾ ਵਾਇਰਸ ਦੇ ਅਟੈਕ ਤੋਂ ਬਚਾਏਗਾ ਕਿ ਨਹੀਂ ਬਚਾਏਗਾ। ਇਹ ਸਵਾਲ ਸਾਡਾ ਜਾਇਜ਼ ਪੁੱਛਣਾ ਚਾਹੀਦਾ ਸਾਨੂੰ। ਧੰਨਵਾਦ ਡਾਕਟਰ ਸਾਹਿਬ, ਤੁਸੀਂ ਬਹੁਤ ਸਮਾਂ ਦਿੱਤਾ ਔਰ ਲੋਕਾਂ ਨੂੰ ਬੜੀ ਸਰਲ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਲਈ ਕੀ ਇਹਦੇ ਫਾਇਦੇ ਨੇ ਅਤੇ ਇਹ ਕਿਉਂ ਲਗਵਾਉਣੀ ਜ਼ਰੂਰੀ ਹੈ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ। ਥੈਂਕ ਯੂ ਸੋ ਮਚ।
ਆਲ ਦ ਬੈਸਟ ਯੋਰ ਚੈਨਲ। ਤੁਸੀਂ ਮੇਰੇ ਖਿਆਲ ਨਵਾਂ ਵੈਂਚਰ ਕੀਤਾ ਹੈ, ਤੇ ਮੈਨੂੰ ਲੱਗਦਾ ਕਿ ਤੁਹਾਡੇ ਸਵਾਲਾਤ ਤੋਂ ਇਹ ਪਤਾ ਲੱਗਦਾ ਕਿ ਤੁਸੀਂ ਰਿਸਰਚ ਕਰਕੇ ਆਏ ਹੋ ਇਹਦੇ ਬਾਰੇ, ਔਰ ਤੁਸੀਂ ਲੋਕਾਂ ਦੀ ਨਬਜ਼ ਪਕੜ ਲਈ ਹੈ। ਆਲ ਦ ਬੈਸਟ ਯੂ ਗਾਇਜ਼। ਆਈ ਹੋਪ ਕਿ ਲੋਕਾਂ ਨੂੰ ਇਹਦੇ ਵਿੱਚੋਂ ਕੁਝ ਯੂਜ਼ਫੁਲ ਚੀਜ਼ਾਂ ਮਿਲਣ। ਔਰ ਉਹ ਦੇਖੋ, ਅਸੀਂ ਆਪਣੀ ਬਾਡੀ ਨੂੰ ਤਾਂ ਪ੍ਰੋਟੈਕਟ ਕਰਨਾ ਹੀ ਕਰਨਾ ਹੈ, ਅਸੀਂ ਆਪਣੇ ਮੁਆਸ਼ਰੇ ਨੂੰ, ਆਪਣੀ ਸੁਸਾਇਟੀ ਨੂੰ ਵੀ ਪ੍ਰੋਟੈਕਟ ਕਰਨਾ ਹੈ। ਇਸ ਜ਼ਿੰਮੇਵਾਰੀ ਤੋਂ ਸਾਨੂੰ ਕਦੀ ਨਹੀਂ ਭੱਜਣਾ ਚਾਹੀਦਾ। ਕੋਸ਼ਿਸ਼ ਕਰੀਏ ਕਿ ਅਸੀਂ ਸਾਰੇ ਰਲ ਮਿਲ ਕੇ ਇਸ ਬਿਮਾਰੀ ਦਾ ਸਾਹਮਣਾ ਕਰੀਏ। ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਵੈਕਸੀਨ ਜਿਹੜੀ ਆ ਉਹ ਸਾਡੇ ਲਈ ਜ਼ਰੂਰੀ ਕਿਉਂ ਆ, ਉਹਦੇ ਬਾਰੇ ਅਸੀਂ ਕਾਫੀ ਕੁਛ ਜਾਣਕਾਰੀਆਂ ਤੁਹਾਡੇ ਲਈ ਇਕੱਠੀਆਂ ਕਰਦੇ ਰਹਿੰਦੇ ਹਾਂ। ਇਸ ਤੋਂ ਇਲਾਵਾ ਕਿਸਾਨ ਧਰਨਾ ਵੀ ਤੁਹਾਨੂੰ ਪਤਾ ਚੱਲ ਰਿਹਾ, ਉਹਦੇ ਲਈ ਵੀ ਜੋ ਹੋ ਸਕਦਾ ਹੈ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਸੋ ਸਾਡੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, Facebook ਪੇਜ ਨੂੰ ਲਾਈਕ ਕਰ ਲਓ, ਤਾਂ ਕਿ ਤੁਹਾਨੂੰ ਅੱਗੇ ਵੀ ਇਸ ਤਰੀਕੇ ਦੀਆਂ ਤਾਜ਼ੀਆਂ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ। ਧੰਨਵਾਦ ਜੀ।